ਸਤਿ ਸ਼੍ਰੀ ਅਕਾਲ। ਖਬਰ ਪੜਤਾਲ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਇੱਕ ਖਾਸ ਪ੍ਰੋਗਰਾਮ ਜਿਸ ਦੇ ਵਿੱਚ ਹਰ ਰੋਜ਼ ਵੱਖ-ਵੱਖ ਮਸਲਿਆਂ ਦਾ ਵਿਸਥਾਰ ਦੇ ਨਾਲ ਕਪੜਛਾਣ ਕਰਦੇ ਹਾਂ ਤੇ ਅੱਜ ਦਾ ਪ੍ਰੋਗਰਾਮ ਵੀ ਵੱਡੀਆਂ ਖਬਰਾਂ ਦੇ ਆਲੇ ਦੁਆਲੇ ਰਹੇਗਾ। ਸਿਆਸਤ 'ਚੋਂ ਬਹੁਤ ਕੁਝ ਨਿਕਲਣ ਵਾਲਾ, ਸਿਆਸਤ ਦੇ ਆਲੇ ਦੁਆਲੇ ਗੱਲਬਾਤ ਰਹੇਗੀ। ਆਖਰਕਾਰ ਪੰਜਾਬ ਦੀ ਸਿਆਸਤ ਦੇ ਉੱਤੇ ਪੱਛਮੀ ਬੰਗਾਲ ਦੀ ਸਿਆਸਤ ਦਾ ਪ੍ਰਭਾਵ ਵੇਖਣ ਨੂੰ ਮਿਲਣ ਲੱਗਿਆ ਹੈ। ਪੰਜਾਬ ਦੇ ਵਿੱਚ ਕਿਹੋ ਜਿਹਾ ਪ੍ਰਭਾਵ ਆਉਣ ਵਾਲੇ ਦਿਨਾਂ ਦੇ ਵਿੱਚ ਹੈ। ਕਿਸਾਨ ਅੰਦੋਲਨ ਦੇ ਆਗੂ ਰਕੇਸ਼ ਟਕੈਤ ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਯੋਗੀ ਨੂੰ ਕਿੱਦਾਂ ਟੱਕਰ ਦੇ ਸਕਦੇ ਨੇ, ਇਸ ਦੇ ਉੱਤੇ ਵੀ ਗੱਲਬਾਤ ਜਿਹੜੀ ਅੱਜ ਦੇ ਪ੍ਰੋਗਰਾਮ ਵਿੱਚ ਰਹੇਗੀ। ਤੇ ਨਾਲ ਹੀ ਇੱਕ ਫਿਲਮੀ ਅਦਾਕਾਰ ਨੇ ਵੀ ਇਸ ਚੀਜ਼ ਨੂੰ ਲੈ ਕੇ ਟਵੀਟ ਕਰ ਦਿੱਤਾ ਹੈ। ਉਧਰ ਇੱਕ ਫਿਲਮੀ ਅਦਾਕਾਰ ਬੀਬੀ ਜਿਹੜੀ ਕਿਸਾਨ ਅੰਦੋਲਨ ਨੂੰ ਲੈ ਕੇ ਟਿੱਪਣੀਆਂ ਕਰਦੀ ਸੀ, ਕੰਗਨਾ ਰਣੌਤ, ਉਹਦਾ ਟਵਿੱਟਰ ਅਕਾਊਂਟ ਜਿਹੜਾ ਸਸਪੈਂਡ ਕਰ ਦਿੱਤਾ ਗਿਆ। ਉਸ ਤੇ ਵੀ ਗੱਲਬਾਤ ਕਰਾਂਗੇ। ਪ੍ਰਿਯੰਕਾ ਗਾਂਧੀ ਦੇ ਵੱਲੋਂ ਫਿਰ ਇੱਕ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬਿਆਨਾਂ ਦੇ ਜ਼ਰੀਏ ਘੇਰਿਆ ਗਿਆ, ਉਸ ਦੇ ਉੱਤੇ ਵੀ ਜਿਹੜੀ ਟਿੱਪਣੀ ਰਹੇਗੀ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ, ਫਿਰ ਇੱਕ ਇੱਕ ਕਰਕੇ ਸਵਾਲਾਂ ਦੇ ਵੱਲ। ਡੱਲਾ ਸਾਹਿਬ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਗਗਨ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਧੰਨਵਾਦ। ਡੱਲਾ ਸਾਹਿਬ, ਇੱਕ ਵਾਰ ਫਿਰ ਤੋਂ ਇਹ ਚਰਚਾਵਾਂ ਹੋਣ ਲੱਗੀਆਂ ਨੇ। ਹਾਲਾਂਕਿ ਅੱਜ ਜਿਹੜਾ ਮਮਤਾ ਬੈਨਰਜੀ ਹੋਣਾ ਨੇ ਸਹੁੰ ਚੁੱਕਣੀ ਹੈ ਤੇ ਮੁੱਖ ਮੰਤਰੀ ਦੇ ਵਜੋਂ ਫਿਰ ਨਿਯੁਕਤ ਹੋ ਜਾਣਾ ਪੱਛਮੀ ਬੰਗਾਲ ਦੇ ਵਿੱਚ। ਤੇ ਚਰਚਾਵਾਂ ਨੇ ਕਿ ਪੱਛਮੀ ਬੰਗਾਲ ਦਾ ਜੋ ਰਿਜ਼ਲਟ ਆਇਆ, ਜੋ ਨਤੀਜਾ ਆਇਆ ਹੈ, ਉਹਦਾ ਪ੍ਰਭਾਵ ਆਉਣ ਵਾਲੀਆਂ 2022 ਦੀਆਂ ਚੋਣਾਂ ਪੰਜਾਬ ਹੋਵੇ ਜਾਂ ਉੱਤਰ ਪ੍ਰਦੇਸ਼ ਹੋਵੇ, ਦੋਹਾਂ ਦੇ ਵਿੱਚ ਦੇਖੇਗਾ। ਤੇ ਕਿਸਾਨ ਅੰਦੋਲਨ ਦਾ ਪ੍ਰਭਾਵ ਬਹੁਤ ਵੱਡੇ ਪੱਧਰ ਦੇ ਉੱਤੇ ਵੇਖਿਆ ਜਾ ਰਿਹਾ। ਦੇਖੋ, ਤਿੰਨੇ ਸੂਬੇ, ਪੱਛਮੀ ਬੰਗਾਲ ਵੀ ਕਾਫੀ ਵੱਡਾ ਪ੍ਰਭਾਵੀ ਸੂਬਾ ਹੈ ਕਿਸਾਨੀ ਦੇ ਪੱਖੋਂ। ਆਪਾਂ ਨੂੰ ਪਤਾ ਹੈ ਚਾਹ ਪੱਛਮੀ ਬੰਗਾਲ ਦੇ ਉੱਥੋਂ ਦੇ ਬਾਗਾਂ ਦੀ ਚਾਹ ਦੇਖੋ ਸਾਰਾ ਮੁਲਕ ਪੀਂਦਾ ਹੈ। 5 ਸਟਾਰ ਹੋਟਲ ਤੋਂ ਲੈ ਕੇ ਸਾਡੇ ਸਧਾਰਨ ਲੋਕਾਂ ਦੇ ਕਮਰਿਆਂ ਤੱਕ ਗਗਨ ਉਹ ਗ੍ਰੀਨ ਟੀ ਅੱਜ ਕੱਲ੍ਹ ਪਈ ਹੁੰਦੀ ਹੈ। ਦੂਸਰੀ ਚਾਹ ਵੀ ਜਿਹੜੀ ਸਵੇਰੇ ਆਪਾਂ ਪਹਿਲਾਂ ਬਣਾ ਕੇ ਪੀਂਦੇ ਹਾਂ ਪਰੰਪਰਾਗਤ ਤਰੀਕੇ ਦੇ ਨਾਲ, ਪਿੰਡਾਂ 'ਚ ਸਾਡੇ ਹਾਰਿਆਂ 'ਤੇ ਜਿਹੜੇ ਚਾਹ ਸਵੇਰੇ ਸਵੇਰੇ ਬਣਦੀ ਹੈ। ਔਰ ਕਿਸਾਨੀ ਮੂਲ ਰੂਪ ਦੇ ਵਿੱਚ ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਵੀ ਵਿੱਚ ਹੀ ਹੈ, ਰਾਜਸਥਾਨ ਵੀ ਹੈ। ਆਹ ਇਲਾਕੇ ਤਾਂ ਨਿਰੋਲ ਕਿਸਾਨੀ ਵਾਲੇ ਹੈ। ਔਰ ਕਿਸਾਨ ਅੰਦੋਲਨ 'ਚ ਇਹਨਾਂ ਸਾਰੇ ਲੋਕਾਂ ਦੀ ਸ਼ਮੂਲੀਅਤ ਬਹੁਤ ਜ਼ਿਆਦਾ ਰਹੀ ਹੈ। ਹਾਲਾਂਕਿ ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਉਧਰੋਂ ਵੀ ਬਹੁਤ ਵੱਡੀ ਗਿਣਤੀ 'ਚ ਲੋਕ ਆਏ ਨੇ, ਬਿਹਾਰ ਤੋਂ ਵੀ ਬਹੁਤ ਆਏ ਨੇ। ਪਰ ਕਿਉਂਕਿ ਚੋਣਾਂ 2 ਸੂਬਿਆਂ 'ਚ ਹੋਣੀਆਂ ਨੇ, ਇੱਕ ਸੂਬੇ 'ਚ ਹੋ ਗਈ, ਪੱਛਮੀ ਬੰਗਾਲ 'ਚ ਹੋ ਗਈ, ਕਿਸਾਨਾਂ ਨੇ ਖੁੱਲ੍ਹ ਕੇ ਬੀਜੇਪੀ ਦਾ ਵਿਰੋਧ ਕੀਤਾ। ਇਹ ਮੁਲਕ 'ਚ ਪਹਿਲੀ ਵਾਰੀ ਹੋਇਆ ਜਦੋਂ ਕੌਮੀ ਪਾਰਟੀ ਦਾ ਵਿਰੋਧ ਮੁਲਕ 'ਚ ਹੋਇਆ ਹੋਵੇ, ਸੱਤਾਧਾਰੀ ਕੌਮੀ ਪਾਰਟੀ ਦਾ। ਔਰ ਹੁਣ ਉੱਤਰ ਪ੍ਰਦੇਸ਼ ਹੈ। ਉੱਤਰ ਪ੍ਰਦੇਸ਼ ਵੀ ਸਾਨੂੰ ਪਤਾ ਹੈ ਕਿ ਬਹੁਤ ਵੱਡਾ ਜਿਹੜਾ ਉੱਤਰ ਪ੍ਰਦੇਸ਼ ਦਾ ਹਿੱਸਾ ਹੈ ਉਹ ਖੇਤੀਬਾੜੀ ਨਾਲ ਜੁੜਿਆ। ਪੱਛਮੀ ਉੱਤਰ ਪ੍ਰਦੇਸ਼ ਤਾਂ ਬਹੁਤ ਹੀ ਜ਼ਿਆਦਾ ਸੰਘਣੀ ਖੇਤੀ ਵਾਲਾ ਇਲਾਕਾ ਮੰਨਿਆ ਜਾਂਦਾ। ਪੰਜਾਬ ਹੈ। ਹੁਣ ਜੋ ਪੱਛਮੀ ਬੰਗਾਲ 'ਚ ਪ੍ਰਭਾਵ ਪਿਆ ਹੈ, ਕਿਸਾਨਾਂ ਨੂੰ ਜੋ ਸਫਲਤਾ ਮਿਲੀ ਹੈ ਗਗਨ, ਹੁਣ ਕਿਸਾਨ ਬਾਗੋ ਬਾਗ ਨੇ ਤੇ ਇਹ ਸਿਆਸੀ ਬਿਆਨ ਆਉਣ ਲੱਗੇ। ਹੁਣ ਦੇਖੋ, ਇੱਕ ਅਦਾਕਾਰ ਨੇ ਉੱਤਰ ਪ੍ਰਦੇਸ਼ ਦੇ, ਕਮਲ ਆਰ ਖਾਨ, ਉਹਨਾਂ ਨੇ ਇੱਕ ਬਿਆਨ ਹੀ ਦਿੱਤਾ, ਕਹਿੰਦੇ ਉੱਤਰ ਪ੍ਰਦੇਸ਼ ਦੇ ਵਿੱਚ ਕੱਲਾ ਰਕੇਸ਼ ਟਕੈਤ ਹੀ ਕਾਫੀ ਹੈ ਭਾਰਤੀ ਜਨਤਾ ਪਾਰਟੀ ਨੂੰ ਸਿਆਸੀ ਟੱਕਰ ਦੇਣ ਦੇ ਲਈ। ਦੇਖੋ, ਹੁਣ ਸਾਰੇ ਵੱਡੇ ਵੱਡੇ ਜਿਹੜੇ ਲੀਡਰ ਨੇ ਗਗਨ, ਉਹਨਾਂ ਨੇ ਪੱਛਮੀ ਬੰਗਾਲ ਜਾ ਕੇ ਜ਼ੋਰ ਲਾਤਾ ਵੀ ਬੀਜੇਪੀ ਨੂੰ ਵੋਟ ਨਾ ਪਾਓ, ਕਿਸੇ ਨੂੰ ਪਾ ਦਿਓ। ਤੇ ਰਕੇਸ਼ ਟਕੈਤ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਇਸ ਵਕਤ ਕਿਸਾਨ ਅੰਦੋਲਨ ਦਾ ਮੋਹਰੀ ਆਗੂ ਹੈ। ਮੈਂ ਤਾਂ ਕਹੂੰਗਾ ਕਿਸਾਨ ਅੰਦੋਲਨ ਦਾ ਇਸ ਵਕਤ ਚਮਕਦਾ ਚਿਹਰਾ ਹੈ ਜੀ ਰਕੇਸ਼ ਟਕੈਤ ਹੋਣੀ। ਉਹਨਾਂ ਦੇ ਹੰਝੂ ਆ ਚੋਣਾਂ ਦੇ ਦਿਨਾਂ 'ਚੋਂ ਹੰਝੂਆਂ ਵਾਲੀਆਂ ਵੀਡੀਓਜ਼ ਫੇਰ ਨਿਕਲ ਆਉਣੀਆਂ ਨੇ ਗਗਨ। ਔਰ ਉੱਤਰ ਪ੍ਰਦੇਸ਼ ਦੇ ਵਿੱਚ ਕੋਵਿਡ ਨੇ ਵੀ ਤਬਾਹੀ ਮਚਾਈ ਹੋਈ ਹੈ। ਉੱਤਰ ਪ੍ਰਦੇਸ਼ 'ਚ ਜੋ ਸਥਿਤੀਆਂ ਨੇ ਗਗਨ, ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ। ਸਾਨੂੰ ਜ਼ਮੀਨੀ ਹਕੀਕਤ ਨਹੀਂ ਉੱਤਰ ਪ੍ਰਦੇਸ਼ ਦੀ ਸਮਝ ਆ ਰਹੀ, ਪਰ ਜਿਹੜੇ ਸਾਡੇ ਭਰਾ ਉੱਤਰ ਪ੍ਰਦੇਸ਼ ਵਾਲੇ ਨੇ, ਬਿਹਾਰ ਵਾਲੇ ਨੇ, ਉਹ ਦੱਸਦੇ ਨੇ ਕਿ ਉੱਤਰ ਪ੍ਰਦੇਸ਼ 'ਚ ਕੀ ਹੋ ਰਿਹਾ। ਇਹ ਯੋਗੀ ਸਰਕਾਰ ਸਾਰਾ ਕੁਝ ਇਲਜ਼ਾਮ ਲੱਗ ਰਹੇ ਨੇ ਕਿ ਸਾਰਾ ਕੁਝ ਯੋਗੀ ਸਰਕਾਰ ਉੱਪਰ ਨਹੀਂ ਲੈ ਕੇ ਆ ਰਹੀ, ਬਾਹਰ ਨਹੀਂ ਲੈ ਕੇ ਆ ਰਹੀ ਪ੍ਰੈਸ ਨੋਟਾਂ ਦੇ ਜ਼ਰੀਏ। ਬੜਾ ਕੁਝ, ਪੰਚਾਇਤ ਚੋਣਾਂ ਦੇਖੋ, ਉੱਥੇ ਉੱਤਰ ਪ੍ਰਦੇਸ਼ 'ਚ ਪੰਚਾਇਤ ਚੋਣਾਂ ਹੋਈਆਂ, ਅਧਿਆਪਕਾਂ ਦੀਆਂ ਪੰਚਾਇਤ ਚੋਣਾਂ 'ਚ ਜਿਨ੍ਹਾਂ ਲੋਕਾਂ ਦੀਆਂ ਡਿਊਟੀਆਂ ਲੱਗੀਆਂ, ਕਈ ਉਹਨਾਂ 'ਚੋਂ ਚੜ੍ਹਾਈ ਕਰ ਗਏ। ਉਹ ਕਹਿੰਦੇ ਜੀ ਅਸੀਂ ਪੰਚਾਇਤ ਚੋਣਾਂ ਦੀ ਗਿਣਤੀ ਨਹੀਂ ਕਰਦੇ, ਉਹ ਤਾਂ ਅਦਾਲਤ ਦਾ ਦਖਲ ਹੋਇਆ ਤੇ ਗਿਣਤੀਆਂ ਹੋਈਆਂ। ਪੰਚਾਇਤ ਚੋਣਾਂ ਨੇ ਕੋਵਿਡ ਦੇ ਕਰਕੇ ਉੱਤਰ ਪ੍ਰਦੇਸ਼ ਨੂੰ ਬਦਹਾਲ ਕਰ ਰੱਖਿਆ। ਉੱਤੋਂ ਕਿਸਾਨੀ ਇਸ ਵਕਤ ਬਿਲਕੁਲ ਚਿੰਤਾ ਵਾਲੀ ਸਥਿਤੀ 'ਚ ਹੈ। ਕਿਸਾਨ ਅੰਦੋਲਨ, ਇਹ ਦੋਨੇ ਚੁਣੌਤੀਆਂ ਬੀਜੇਪੀ 2022 'ਚ ਉੱਤਰ ਪ੍ਰਦੇਸ਼ 'ਚ ਕਿਵੇਂ ਨਜਿੱਠੂ, ਪੰਜਾਬ 'ਚ ਕਿਵੇਂ ਨਜਿੱਠੂ, ਮੈਨੂੰ ਸਮਝ ਨਹੀਂ ਆਉਂਦੀ। ਪੰਜਾਬ 'ਚ ਕਿਸਾਨ ਅੰਦੋਲਨ ਉੱਤਰ ਪ੍ਰਦੇਸ਼ ਨਾਲੋਂ ਵੀ ਜ਼ਿਆਦਾ ਵੱਡਾ ਹੈ। ਔਰ ਇੱਕ ਪਾਸੇ ਪੰਜਾਬ 'ਚ ਕਿਸਾਨ ਅੰਦੋਲਨ ਹੈ ਜਿਹੜਾ ਬੀਜੇਪੀ ਨੂੰ ਰੋਕੂਗਾ ਵਿਰੋਧ 'ਚ। ਔਰ ਪੰਜਾਬ 'ਚ ਦੂਜੇ ਪਾਸੇ ਗਗਨ ਨਵਜੋਤ ਸਿੰਘ ਸਿੱਧੂ ਹੈ, ਉਹ ਵੀ ਕਿਰਦਾਰ ਹੈ ਜਿਵੇਂ ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਹੈ, ਉੱਤਰ ਪ੍ਰਦੇਸ਼ 'ਚ ਰਕੇਸ਼ ਟਕੈਤ ਹੈ। ਦੇਖੋ, ਇੱਕ ਕਿਰਦਾਰ ਹੈ ਨਾ ਉੱਤਰ ਪ੍ਰਦੇਸ਼ 'ਚ। ਇਸੇ ਤਰ੍ਹਾਂ ਪੰਜਾਬ 'ਚ ਨਵਜੋਤ ਸਿੰਘ ਸਿੱਧੂ ਹੈ। ਹੁਣ ਅਕਾਲੀ ਬੀਜੇਪੀ ਦਾ ਕਿਸ ਹੈਸੀਅਤ ਨਾਲ ਵਿਰੋਧ ਕਰਨਗੇ? ਜਦੋਂ ਕਾਨੂੰਨ ਪਾਸ ਹੋਏ ਉਦੋਂ ਅਕਾਲੀ ਨਾਲ ਸੀ।
ਜੀ ਅਕਾਲੀਆਂ ਦੀ ਕੁਰਬਾਨੀ ਨੂੰ ਕੀ ਲੋਕ ਕੁਰਬਾਨੀ ਮੰਨਣਗੇ, ਇਹ ਵੋਟਾਂ ਦੇ ਨਤੀਜੇ 'ਚ ਪਤਾ ਲੱਗੂ। ਕੈਪਟਨ ਅਮਰਿੰਦਰ ਨੇ ਜ਼ਰੂਰ ਪੰਜਾਬ 'ਚ ਕਿਸਾਨਾਂ ਨੂੰ ਇੱਕ ਤਰੀਕੇ ਨਾਲ ਖੁੱਲੀ ਛੁੱਟੀ ਦਈ ਰੱਖੀ ਕਿ ਤੁਸੀਂ ਅੰਦੋਲਨ ਕਰੋ, ਅਸੀਂ ਕੋਈ ਟਕਰਾਅ ਨਹੀਂ ਕਰਾਂਗੇ। ਪਰ ਕਾਂਗਰਸ ਦੀ ਸਥਿਤੀ ਪੰਜਾਬ 'ਚ ਉਹੋ ਜਿਹੀ ਨਹੀਂ। ਹੁਣ ਤੁਸੀਂ ਦੇਖੋ ਪੱਛਮੀ ਬੰਗਾਲ 'ਚ ਵੀ ਕਿਸਾਨ ਨੇ, ਕਾਂਗਰਸ ਵੀ ਹੈ। ਪੱਛਮੀ ਬੰਗਾਲ 'ਚ ਕਿਸਾਨਾਂ ਨੇ ਵੋਟ ਪਾਈ ਕਾਂਗਰਸ ਨੂੰ। ਆ ਮਸਾਂ ਕਹਿੰਦੇ ਜੋੜਾ ਵੋਟਾਂ ਦਾ ਸੀਟਾਂ ਦਾ ਜਿੱਤਿਆ, ਉੱਥੋਂ 2 ਜਾਂ ਕਿੰਨੀਆਂ ਸੀਟਾਂ ਜਿੱਤੇ, 2 ਹੀ ਜਿੱਤੇ ਜੀ। ਹੁਣ ਤੁਸੀਂ ਦੱਸੋ, ਮੇਰੇ ਕੋਲੇ ਤਾਜ਼ਾ ਅੰਕੜਾ ਨਹੀਂ, ਹੋ ਸਕਦਾ 2 ਤੋਂ ਘੱਟ ਵੱਧ ਵੀ ਹੋ ਗਏ ਹੁਣ, ਪਰ ਆ ਸਥਿਤੀ ਆ ਗਈ, ਕਾਂਗਰਸ ਸਾਫ਼ ਹੋ ਗਈ। ਪਿਛਲੀ ਵਾਰੀ ਲਗਭਗ ਹਾਫ ਹੋ ਗਈ ਸੀ। ਪਾਰਲੀਮੈਂਟ 'ਚ ਵੀ ਸਾਫ਼ ਵਰਗੀ ਪੋਜੀਸ਼ਨ ਸੀ, ਤੇ ਕਾਂਗਰਸ ਉੱਥੇ ਨਹੀਂ ਕੁਝ ਕਰੂ। ਹੁਣ ਇੱਥੇ ਇਕੱਲਾ ਕੈਪਟਨ ਹੈ ਪੰਜਾਬ 'ਚ, ਔਰ ਇੱਕ ਪਾਸੇ ਸਿੱਧੂ ਹੈ। ਸਿੱਧੂ ਨੂੰ ਫਿਰ ਕਿਸਾਨ ਸੰਗਠਨਾਂ ਦਾ ਸਮਰਥਨ ਮਿਲ ਜੂ ਅਗਰ ਕਾਂਗਰਸ ਦੀ ਅਗਵਾਈ ਕਰੂ। ਅਗਰ ਕੈਪਟਨ ਅਮਰਿੰਦਰ ਅਗਵਾਈ ਕਰਨਗੇ ਤੇ ਭਾਵੇਂ ਕਿਸਾਨ ਸੰਗਠਨਾਂ ਦਾ ਸਮਰਥਨ ਮਿਲ ਜੇ, ਪਰ ਉਹ ਵਾਅਦੇ ਜਿਹੜੇ ਕੈਪਟਨ ਅਮਰਿੰਦਰ ਉਹਨਾਂ ਨੇ ਪਿਛਲੀ ਵਾਰੀ ਕੀਤੇ ਸੀ, ਉਹਨਾਂ ਵਾਅਦਿਆਂ ਕਰਕੇ ਦੁਚਿੱਤੀ ਪੈਦਾ ਹੋ ਜਾਣੀ। ਘਰ ਘਰ ਨੌਕਰੀ ਨਹੀਂ ਮਿਲੀ, ਸਮੁੱਚੀ ਕਿਸਾਨੀ ਦਾ ਕਰਜ਼ਾ ਮਾਫੀ ਨਹੀਂ ਹੋਈ। ਸੋ ਇਸ ਕਰਕੇ ਇਸ ਵਕਤ ਮੈਨੂੰ ਲੱਗਦਾ ਹੈ ਕਿ ਰਕੇਸ਼ ਟਕੈਤ ਉੱਤਰ ਪ੍ਰਦੇਸ਼ 'ਚ ਟੱਕਰ ਦੇਊਗਾ ਬੀਜੇਪੀ ਨੂੰ 2022 'ਚ। ਪੰਜਾਬ 'ਚ ਪੂਰਾ ਕਿਸਾਨ ਅੰਦੋਲਨ ਟੱਕਰ ਦੇਊਗਾ। ਸਾਰੇ ਕਿਸਾਨ ਸੰਗਠਨ ਪੰਜਾਬ ਦੇ ਬੀਜੇਪੀ ਨੂੰ ਚੁਣੌਤੀ ਦੇਣਗੇ, ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਆਉਣਾ। ਬੀਜੇਪੀ ਵਾਲੇ ਪੈਕੇਜ ਚਾਹੁੰਦੇ ਆ, 1+1, 1+2, 1+3, 1+ ਕਈ। ਮੋਦੀ ਸਾਹਿਬ ਦੇ ਨਾਲ ਅਮਿਤ ਸ਼ਾਹ ਆਉਂਦੇ ਨੇ ਰੈਲੀਆਂ ਕਰਨ, 1+1। ਨਾਲ JP ਨੱਡਾ ਸਾਹਿਬ ਆਉਂਦੇ ਨੇ, 1+1+1। ਫਿਰ ਨਾਲ ਮੰਤਰੀ ਆਉਂਦੇ ਨੇ, 1+1+1+ ਕਈ। ਸੋ ਹੁਣ ਜਦੋਂ ਬੀਜੇਪੀ ਆਊਗੀ ਤੇ ਸਾਡੇ ਕਿੰਨੇ ਕਿਸਾਨ ਸੰਗਠਨ ਨੇ ਇਹ ਮਿਲ ਜੁਲ ਕੇ ਵਿਰੋਧ ਕਰਨਗੇ ਪੰਜਾਬ 'ਚ ਐਤਕੀ। ਦੇਖੋ, ਜਾਂ ਤਾਂ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਵੀ ਪੱਛਮੀ ਬੰਗਾਲ ਦੀ ਹਾਰ ਤੋਂ ਇਹ ਸਬਕ ਲੈ ਲੇ ਕਿ ਅਸੀਂ ਕਿਸਾਨਾਂ ਦੇ ਨਾਲ ਆਪਣੀ ਗੱਲ ਨਿਬੇੜਨੀ ਹੈ, ਅਸੀਂ ਕਿਸਾਨਾਂ ਦੇ ਨਾਲ ਆਪਣੀ ਗੱਲ ਅੱਗੇ ਨਹੀਂ ਵਧਾਉਣੀ, ਔਰ ਅਸੀਂ 3 ਕਾਨੂੰਨ ਹੈ ਕਿਸਾਨਾਂ ਦੀ ਸਹਿਮਤੀ ਦੇ ਨਾਲ ਨਿਬੇੜਾ ਕਰ ਦਿੰਦੇ ਹਾਂ। ਤੇ ਫਿਰ ਮੋਦੀ ਸਾਹਿਬ ਜ਼ਿੰਦਾਬਾਦ ਹੋ ਜੂ ਤੇ ਬੀਜੇਪੀ ਪੰਜਾਬ 'ਚ ਦੁਬਾਰਾ ਮੁਕਾਬਲੇ 'ਚ ਆ ਸਕਦੀ ਹੈ। ਫਿਰ ਨਹੀਂ ਤਾਂ ਇਹ ਸਥਿਤੀਆਂ ਨੇ ਜਿਹੜੀਆਂ 2022 ਦੀਆਂ ਗਗਨ ਕਾਫੀ ਚੁਣੌਤੀਪੂਰਵਕ ਨੇ। ਤੇ ਗੱਲ ਪੰਜਾਬ ਦੇ ਵਿੱਚ ਜਿਹੜੇ ਸ਼ਰਾਬ ਦੇ ਠੇਕਿਆਂ ਨੂੰ ਲੈ ਕੇ ਵੀ ਕਰਨੀ ਹੈ ਕਿ ਉਹ ਵੀ ਹੁਣ ਖੁੱਲੇ ਰਿਹਾ ਕਰਨਗੇ, ਉਸ ਦੇ ਬਾਰੇ ਗੱਲ ਕਰਾਂਗੇ। ਪਹਿਲਾਂ ਕੰਗਨਾ ਰਣੌਤ ਦੇ ਵੱਲ ਵਧੀਆ। ਡੱਲਾ ਸਾਹਿਬ, ਬੀਤੇ ਦਿਨਾਂ ਦੇ ਵਿੱਚ ਬੜੇ ਵੱਡੇ ਟਵੀਟ ਇਸ ਅਦਾਕਾਰ ਦੇ ਵੱਲੋਂ ਕੀਤੇ ਗਏ ਨੇ, ਬੇਸ਼ੱਕ ਕਿਸਾਨ ਅੰਦੋਲਨ ਨੂੰ ਲੈ ਕੇ ਹੋਵੇ, ਬਜ਼ੁਰਗ ਬੀਬੀਆਂ ਨੂੰ ਲੈ ਕੇ ਹੋਵੇ। ਤੇ ਬੀਤੇ ਦਿਨਾਂ ਇਹਨਾਂ ਮਮਤਾ ਬੈਨਰਜੀ ਅਤੇ ਪੱਛਮੀ ਬੰਗਾਲ ਨੂੰ ਲੈ ਕੇ ਕੁਝ ਅਜਿਹੇ ਟਵੀਟ ਕੀਤੇ ਕਿ ਹੁਣ ਟਵਿੱਟਰ ਨੇ ਇਹਨਾਂ ਦਾ ਟਵਿੱਟਰ ਅਕਾਊਂਟ ਆ ਜਿਹੜਾ ਉਹ ਸਸਪੈਂਡ ਕਰਤਾ ਹੈ। ਕਿੱਦਾਂ ਵੇਖ ਰਹੇ ਹੋ ਟਵਿੱਟਰ ਦੀ ਕਾਰਵਾਈ? ਦੇਖੋ, ਕੰਗਨਾ ਰਣੌਤ ਕਲਾਕਾਰ ਤਾਂ ਬਹੁਤ ਚੰਗੀ ਹੈ ਬੀਬੀ, ਪਰ ਜਦੋਂ ਇਹ ਟਵੀਟ ਕਰਦੀ ਹੈ ਨਾ ਬੀਬੀ, ਉਦੋਂ ਇਹਦੀ ਮਾਨਸਿਕਤਾ ਕਈ ਵਾਰ ਸਮਝ ਨਹੀਂ ਆਉਂਦੀ। ਇਹਦੇ ਟਵੀਟ 'ਚੋਂ ਇੰਝ ਲੱਗਦਾ ਜਿਵੇਂ ਕੰਗਨਾ ਰਣੌਤ ਭਾਰਤੀ ਜਨਤਾ ਪਾਰਟੀ ਦੀ ਵਰਕਰ ਹੋਵੇ, ਕਾਰਕੁਨ ਹੋਵੇ। ਦੇਖੋ, ਜਾਂ ਤਾਂ ਕਾਰਕੁਨ ਬਣ ਜੇ, ਜਾਂ ਤਾਂ ਕੰਗਨਾ ਰਣੌਤ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰ ਲੇ, ਫਿਰ ਤਾਂ ਸਿਆਸੀ ਹਮਲੇ ਕਰਦੇ ਕਿਤੇ ਨਾ ਕਿਤੇ ਸਮਝ ਆਉਂਦੇ ਨੇ। ਦੂਜਾ, ਕੰਗਨਾ ਰਣੌਤ ਦੇ ਸਿਆਸੀ ਹਮਲਿਆਂ ਦਾ ਕਈ ਵਾਰੀ ਪੱਧਰ ਨਹੀਂ ਹੁੰਦਾ। ਮੈਂ ਅੱਗੇ ਵੀ ਕਿਹਾ ਸੀ ਕਿ ਬੀਬੀ ਕੰਗਨਾ ਰਣੌਤ ਨੂੰ ਜ਼ਰੂਰ ਕਿਸੇ ਸਿਆਣੇ ਜੇ ਸਲਾਹਕਾਰ ਦੇ ਨਾਲ ਮਿਲਾ ਲਿਆ ਜਾਣਾ ਚਾਹੀਦਾ ਹੈ। ਜਿਹੜੇ ਸਲਾਹਕਾਰ ਨੇ, ਕੁਝ ਸਿਆਣੇ, ਉਹ ਸਮਝਾ ਸਕਦੇ ਨੇ ਕਿ ਬੀਬੀ ਜੀ ਸਮਾਜਿਕ ਮਾਹੌਲ ਨੂੰ ਦੇਖਦੇ ਹੋਏ ਟਵੀਟ ਕਰਨੇ ਚਾਹੀਦੇ ਆ। ਕਿਸੇ ਔਰਤ ਬਾਰੇ ਕਿਵੇਂ ਲਿਖਣਾ। ਦੇਖੋ, ਸਾਡੇ ਪੰਜਾਬ ਦੀ ਇੱਕ ਬਜ਼ੁਰਗ ਔਰਤ ਸੀ, ਸਾਡੀ ਮਾਂ ਸਮਾਨ, ਉਹਦੇ ਬਾਰੇ ਕੰਗਨਾ ਰਣੌਤ ਨੇ ਕਿਹੋ ਜਿਹੀ ਟਿੱਪਣੀ ਕੀਤੀ ਸੀ। ਹੁਣ ਮਮਤਾ ਬੈਨਰਜੀ ਜਿੱਤ ਗਏ ਪੱਛਮੀ ਬੰਗਾਲ 'ਚ, ਲੋਕਾਂ ਦਾ ਫੈਸਲਾ, ਲੋਕਾਂ ਨੇ ਵੋਟਾਂ ਪਾਈਆਂ ਨੇ ਮਮਤਾ ਬੈਨਰਜੀ ਨੂੰ। ਅਗਰ ਇੰਨਾ ਦੁੱਖ ਹੋਇਆ ਕੰਗਨਾ ਰਣੌਤ ਨੂੰ, ਤੇ ਬੀਜੇਪੀ ਦੇ ਹੱਕ 'ਚ ਬੀਬੀ ਕੰਗਨਾ ਰਣੌਤ ਘੋੜੇ ਤੇ ਚੜ੍ਹ ਕੇ ਪ੍ਰਚਾਰ ਕਰਿਆ ਆਉਂਦੀ, ਜਿਹੜਾ ਘੋੜਾ ਫਿਲਮ 'ਚ ਵਰਤਿਆ ਸੀ ਰਾਣੀ ਝਾਂਸੀ 'ਚ। ਸੋ ਗੱਲ ਇਹ, ਮੇਰੇ ਕਹਿਣ ਦਾ ਮਤਲਬ ਹੈ ਕਿ ਫਿਲਮ ਦਾ ਕਿਰਦਾਰ ਅਲੱਗ ਹੁੰਦਾ, ਸਮਾਜਿਕ ਜੀਵਨ ਅਲੱਗ ਹੁੰਦਾ। ਫਿਲਮ ਤਾਂ ਪਰਦੇ ਵਾਲੀ ਝੂਠੀ ਕਹਾਣੀ ਹੈ, ਭਾਵੇਂ ਸੱਚੇ ਕਿਰਦਾਰਾਂ ਤੇ ਵੀ ਬਣਦੀ ਹੈ, ਪਰ ਸਾਰਾ ਕੁਝ ਉਹ ਥੋੜੀ ਹੁੰਦਾ। ਪ੍ਰਤੀਬਿੰਬ ਹੋ ਸਕਦਾ, ਇਨ ਬਿਨ ਨਹੀਂ ਹੋ ਸਕਦਾ। ਸੋ ਕਈ ਵਾਰੀ ਸਾਡੇ ਕਲਾਕਾਰਾਂ ਨੂੰ ਗਗਨ ਵਹਿਮ ਹੋ ਜਾਂਦਾ ਵੀ ਸਾਡੀ ਇੰਨੀ ਜ਼ਿਆਦਾ ਸਾਡੀ ਫੈਨ ਫੋਲੋਇੰਗ, ਅੱਜ ਕੱਲ੍ਹ ਅੰਗਰੇਜ਼ੀ 'ਚ ਕਹਿੰਦੇ ਫੈਨ ਫੋਲੋਇੰਗ, ਹੈ ਨਾ, ਫੈਨ ਵੀ ਕਹਿੰਦੇ ਪੰਜਾਬੀ 'ਚ, ਇਹ ਬੜੇ ਸਾਡੇ ਫੈਨ ਨੇ। ਜਿਵੇਂ ਇਹਨਾਂ ਨੂੰ ਵਹਿਮ ਹੋ ਜਾਂਦਾ ਵੀ ਅਸੀਂ ਜੋ ਕਵਾਂਗੇ ਵੀ ਲੋਕ ਸਾਡੀ ਬਸ ਹਾਂ 'ਚ ਹਾਂ ਮਿਲਾ ਦੇਣਗੇ। ਪਰ ਸਮਾਜਿਕ ਜੀਵਨ ਦੇ ਵਿੱਚ, ਕਿਉਂਕਿ ਉੱਥੇ ਲੋਕ ਮਨੋਰੰਜਨ ਕਰਨ ਜਾਂਦੇ ਨੇ। ਹੁਣ ਹੋਇਆ ਕਿ ਮਮਤਾ ਬੈਨਰਜੀ ਜਿੱਤ ਗਏ, ਬੀਬੀ ਕੰਗਨਾ ਰਣੌਤ ਫਿਰ ਟਵੀਟ ਕਰਨ ਲੱਗ ਗਈ, ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਦੀ ਹੈ ਕਈ ਵਾਰੀ ਬੀਬੀ ਕੰਗਨਾ ਰਣੌਤ। ਸੋ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕਲਾਕਾਰ ਬੜੇ ਸਨਮਾਨਯੋਗ ਹੁੰਦੇ ਨੇ ਸਾਡੇ ਲਈ, ਕਲਾਕਾਰਾਂ ਦੀ ਬੜੀ ਇੱਜ਼ਤ ਹੈ ਸਮਾਜ ਦੇ ਵਿੱਚ, ਔਰ ਮਨੋਰੰਜਨ ਪ੍ਰਦਾਨ ਕਰਨਾ ਇੱਕ ਬਹੁਤ ਚੰਗਾ ਪੇਸ਼ਾ ਹੈ। ਪਰ ਇਹਨੂੰ, ਇਹਦੀ ਗਰਿਮਾ
ਇਹਦੀ ਇੱਜ਼ਤ ਬਣਾ ਕੇ ਰੱਖੀ ਜਾਣੀ ਚਾਹੀਦੀ ਹੈ। ਹੁਣ ਬੜੇ ਇਤਰਾਜ਼ਯੋਗ ਸ਼ਬਦਾਂ ਇਹਨਾਂ ਨੇ ਵਰਤੇ। ਹੁਣ ਇਹਦੇ 'ਚ ਤਾਂ ਨਾ ਮਮਤਾ ਦਾ ਹੱਥ ਹੋਣਾ ਹੈ। ਦੱਸੋ ਹੁਣ ਮਮਤਾ ਬਨਰਜੀ ਥੋੜੀ ਟਵਿੱਟਰ ਅਕਾਊਂਟ ਬੰਦ ਕਰਾ ਦੂਗੀ ਜੀ। ਇਹ ਲੋਕਾਂ ਨੇ ਐਡਾ ਵਿਰੋਧ ਕੀਤਾ ਬੀਬੀ ਕੰਗਨਾ ਰਣੌਤ ਦਾ, ਉਹ ਗੱਲ ਟਵਿੱਟਰ ਤੱਕ ਪਹੁੰਚ ਗਈ। ਟਵਿੱਟਰ ਦੀ ਮੈਨੇਜਮੈਂਟ ਤੱਕ ਗੱਲਾਂ ਪਹੁੰਚ ਗਈਆਂ। ਟਵਿੱਟਰ ਵਾਲਿਆਂ ਨੇ ਵੀ ਚਰਚਾ ਕੀਤੀ ਵੀ ਇਹ ਤਾਂ ਬਹੁਤ ਵੱਡੀ ਕਲਾਕਾਰ ਹੈ ਇੰਡੀਆ ਦੀ, ਇੰਨਾ ਜ਼ਿਆਦਾ ਇਹਦਾ ਵਿਰੋਧ ਕਿਉਂ ਹੋ ਰਿਹਾ। ਅਖੀਰ 'ਚ ਉਹਨਾਂ ਨੇ ਫੈਸਲਾ ਕੀਤਾ ਬੀਬੀ ਕੰਗਨਾ ਰਣੌਤ ਦਾ ਟਵਿੱਟਰ ਦਾ ਅਕਾਊਂਟ ਹੀ ਬੰਦ ਕਰਤਾ। ਹੁਣ ਮੈਨੂੰ ਡਰ ਹੈ ਕਿਤੇ ਫੇਸਬੁੱਕ ਵਾਲੇ ਵੀ ਨਾ ਬੰਦ ਕਰ ਦੇਣ, ਕਿਉਂਕਿ ਫੇਸਬੁੱਕ 'ਚ ਵੀ ਇਹੋ ਜਿਹੇ ਬਹੁਤ ਸਾਰੇ ਬਿਆਨ ਇਹ ਬੀਬੀ ਪਾਉਂਦੀ ਹੈ। ਫੇਸਬੁੱਕ ਪਹਿਲਾਂ ਜਿਹੜੀ ਕੰਗਨਾ ਰਣੌਤ ਨੂੰ 2 ਵਾਰ ਬੈਨ ਕਰ ਚੁੱਕੀ ਹੈ, ਪਹਿਲਾਂ ਕਰ ਚੁੱਕੀ 2 ਵਾਰ। ਚਲੋ ਸੋ ਬੀਬੀ ਕੰਗਨਾ ਰਣੌਤ ਨੂੰ ਥੋੜਾ ਜਿਹਾ ਸਾਵਧਾਨੀ ਪੂਰਵਕ ਪੋਸਟ ਪਾਉਣੀ ਚਾਹੀਦੀ। ਆਪਾਂ ਪੋਸਟ ਪਾਉਣ ਤੋਂ ਨਹੀਂ ਰੋਕ ਸਕਦੇ ਬੀਬੀ ਕੰਗਨਾ ਰਣੌਤ ਨੂੰ। ਦੇਖੋ ਇਹਦਾ ਜਦੋਂ ਘਰ ਤੋੜਿਆ ਕੰਗਨਾ ਰਣੌਤ ਦਾ, ਸਾਰਿਆਂ ਨੇ ਕਿੱਡੀ ਹਮਦਰਦੀ ਦਾ ਪ੍ਰਗਟਾਵਾ ਕੀਤਾ, ਬਿਲਕੁਲ ਹਨਾ ਜੀ। ਸੋ ਘਰ ਇਹਦਾ ਤੋੜਨਾ ਵੀ ਗਲਤ ਸੀ, ਪਰ ਬੀਬੀ ਵੱਲੋਂ ਵੀ ਕੰਗਨਾ ਰਣੌਤ ਵੱਲੋਂ ਵੀ ਇਹੋ ਜਿਹੀਆਂ ਪੋਸਟਾਂ ਪਾਉਣੀਆਂ ਗਲਤ ਹੈ। ਸੋ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ। ਸੋ ਹੁਣ ਟਵਿੱਟਰ ਹੈ ਜਿਹੜਾ ਕੰਗਨਾ ਰਣੌਤ ਦਾ ਟਵਿੱਟਰ ਦਾ ਖਾਤਾ ਹੁਣ ਉਹ ਬੰਦ ਹੈ। ਹੁਣ ਜਾਂ ਤਾਂ ਨਵਾਂ ਬਣਾਉਣਾ ਪਊਗਾ ਜੀ। ਨਵਾਂ ਬਣਾ ਸਕਦਾ ਵਿਅਕਤੀ, ਬਿਲਕੁਲ ਬਣਾ ਸਕਦਾ ਜੀ, ਪਰ ਨਵੇਂ ਬਣਾ ਸਕਦੇ ਫਿਰ ਫੋਲੋਇੰਗ ਆ ਉਹ ਨਹੀਂ ਪਰਤ ਕੇ ਆਏਗੀ। ਫਿਰ ਚਲੋ ਉਹ ਹੁਣ ਕਲਾਕਾਰ ਨੇ, ਇਹਨਾਂ ਕੋਲੇ ਅੱਜ ਕੱਲ ਬੜੇ ਸਾਧਨ ਹੁੰਦੇ ਨੇ, ਤਰੀਕੇ ਹੁੰਦੇ ਨੇ, ਇਹ ਕਰ ਲੈਂਦੇ ਨੇ ਕੋਈ ਨਾ ਕੋਈ ਜੋੜ ਤੋੜ ਜੀ। ਸੋ ਡਾਲਾ ਸਾਹਿਬ, ਇਸ ਦੇ ਨਾਲ ਹੀ ਹੁਣ ਪੰਜਾਬ ਦੇ ਵੱਲ ਵਧੀਏ। ਪੰਜਾਬ ਦੇ ਕਰੋਨਾ ਦੇ ਹਾਲਾਤਾਂ ਤੇ ਵੀ ਗੱਲਬਾਤ ਕਰਾਂਗੇ। ਆਕਸੀਜਨ ਨੂੰ ਲੈ ਕੇ ਜਿਹੜੀ ਇੱਕ ਪੰਜਾਬ ਦੇ ਮੁੱਖ ਮੰਤਰੀ ਨੇ ਚਿੱਠੀ ਹੁਣ ਲਿਖਤੀ ਹੈ ਕਿ ਹੱਥ ਖੜੇ ਹੁੰਦੇ ਲੱਗਦੇ ਨੇ ਪੰਜਾਬ ਸਰਕਾਰ ਦੇ ਵਿੱਚ ਜਾਪ ਰਿਹਾ ਹੈ। ਤੇ ਪਰ ਪਹਿਲਾਂ ਠੇਕਿਆਂ ਦੀ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ 15 ਮਈ ਤੱਕ ਠੇਕੇ ਖੋਲ੍ਹਣ ਦੀ ਇਜਾਜ਼ਤ ਮਿਲ ਗਈ ਹੈ। ਮੈਂ ਬੀਤੇ ਦਿਨ ਦੀ ਘਟਨਾ ਦੱਸਦਾ ਕਿ ਮੈਂ ਕਿਤਾਬ ਲੈਣ ਗਿਆ ਸੀ ਤੇ ਲੁਕੋ ਕੇ ਕਿਤਾਬ ਵਾਲੇ ਨੇ ਅੰਦਰੋਂ ਸ਼ਟਰ ਖੋਲ੍ਹ ਕੇ ਮਾੜਾ ਜਿਹਾ ਕਿਤਾਬ ਦਿੱਤੀ, ਪਰ ਹੁਣ ਜਿਹੜੀ ਠੇਕਿਆਂ ਤੋਂ ਸ਼ਰਾਬ ਹੈ ਉਹ ਖੁੱਲ੍ਹੇਆਮ ਮਿਲੇਗੀ। ਇਸ ਨੂੰ ਕਿੱਦਾਂ ਵੇਖ ਰਹੇ ਹੋ ਕਿ ਕਿਤਾਬਾਂ ਦੀ ਦੁਕਾਨਾਂ ਵੀ ਖੋਲ੍ਹ ਦਿੱਤੀਆਂ ਜਾਣੀਆਂ ਚਾਹੀਦੀਆਂ ਫਿਰ ਤਾਂ? ਦੇਖੋ ਇਹ ਸ਼ੁੱਧ ਵਪਾਰਕ ਫੈਸਲਾ ਸਰਕਾਰ ਨੇ ਕੀਤਾ। ਮੈਨੂੰ ਇਹ ਲੱਗਦਾ ਕਿ ਸਰਕਾਰਾਂ ਠੇਕੇ ਬੰਦ ਤਾਂ ਕਰ ਨਹੀਂ ਸਕਦੀਆਂ, ਕਿਉਂਕਿ ਸਰਕਾਰਾਂ ਦੀਆਂ ਨੀਤੀਆਂ ਤੋਂ ਲੱਗਦਾ ਸਰਕਾਰਾਂ ਕਹਿੰਦੀਆਂ ਸਾਡੇ ਕੋਲੇ ਐਕਸਾਈਜ਼ ਦਾ, ਸ਼ਰਾਬ ਤੋਂ ਸਾਨੂੰ ਟੈਕਸੇਸ਼ਨ ਪਾਲਿਸੀ ਹੈ, ਸਾਨੂੰ ਰੈਵਨਿਊ ਆਉਂਦਾ, ਮਾਲੀਆ ਆਉਂਦਾ, ਤੇ ਇਸ ਕਰਕੇ ਸਰਕਾਰਾਂ ਨੇ ਠੇਕੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ। ਮੈਨੂੰ ਇਹ ਲੱਗਦਾ ਵੀ ਜਿੰਨੇ ਸਮੇਂ ਬਾਕੀ ਦੁਕਾਨਾਂ ਖੋਲ੍ਹ ਸਕਦੀਆਂ ਨੇ, ਦੇਖੋ ਪ੍ਰਾਈਵੇਟ ਕੰਪਨੀਆਂ ਨੂੰ ਕਹਿੰਦੇ ਘਰੇ ਬਹਿ ਕੇ ਕੰਮ ਕਰੋ, ਦਫ਼ਤਰ ਨਹੀਂ ਖੋਲ੍ਹਣੇ। ਵੀ ਠੇਕੇ ਜਾਂ ਤਾਂ ਸਰਕਾਰ ਨੇ ਤਾਂ ਖੋਲ੍ਹੇ ਹੋਣੇ ਨੇ ਵੀ ਅਸੀਂ ਸਾਰਾ ਕੁਝ ਤਾਂ ਬੰਦ ਕਰਤਾ, ਪ੍ਰਾਈਵੇਟ ਦਫ਼ਤਰ ਬੰਦ ਕਰਤੇ, ਪ੍ਰਾਈਵੇਟ ਕੰਪਨੀਆਂ ਨੂੰ ਕਹਤਾ ਘਰ ਤੋਂ ਕੰਮ ਕਰੋ। ਵੀ ਠੇਕੇ ਤਾਂ ਖੋਲ੍ਹ ਦਿਓ ਕਿਉਂਕਿ ਸਾਰੇ ਲੋਕ ਘਰਾਂ 'ਚ ਨੇ ਤੇ ਆਪਣਾ ਇੰਤਜ਼ਾਮ ਕਰ ਲੈਣਗੇ। ਜਾਂ ਤਾਂ ਸਰਕਾਰ ਦੀ ਮਨਸ਼ਾ ਹੋਣੀ ਹੈ, ਕਿਉਂਕਿ ਜਦ ਸਰਕਾਰ ਨੇ ਸਾਰਾ ਕੁਝ ਹੀ ਬੰਦ ਕਰਤਾ, ਸਰਕਾਰ ਕਹਿੰਦੀ ਬਿਨਾਂ ਕੰਮ ਤੋਂ ਬਾਹਰ ਨਾ ਆਓ, ਬਿਨਾਂ ਲੋੜ ਤੋਂ ਬਾਹਰ ਨਾ ਆਓ। ਜਾਂ ਤਾਂ ਸਰਕਾਰ ਇਹ ਮੰਨਦੀ ਹੈ ਕਿ ਇਹ ਲੋੜੀਂਦੀ ਚੀਜ਼ ਹੈ ਗਗਨ, ਬਿਲਕੁਲ, ਜਾਂ ਤਾਂ ਸਰਕਾਰ ਇਹ ਮੰਨਦੀ ਹੈ ਵੀ ਸ਼ਰਾਬ ਲੋੜੀਂਦੀ ਚੀਜ਼ ਹੈ। ਇਸ ਕਰਕੇ ਅਸੀਂ ਇੱਕ ਪਾਸੇ ਸਰਕਾਰ ਕਹਿੰਦੀ ਸਿਰਫ ਜ਼ਰੂਰੀ ਦੁਕਾਨਾਂ ਖੁੱਲਣਗੀਆਂ, ਗੈਰ ਜ਼ਰੂਰੀ ਨਹੀਂ ਖੁੱਲਣਗੀਆਂ। ਹੁਣ ਤੁਸੀਂ ਦੇਖੋ ਕਿੰਨੀਆਂ ਵਿਚਿੱਤਰ ਸਥਿਤੀਆਂ ਨੇ ਗਗਨ। ਸਾਡੇ ਕੀ ਖੁੱਲੂਗਾ? ਸਾਡੇ ਹਸਪਤਾਲ ਖੁੱਲੂਗਾ, ਨਰਸਿੰਗ ਕਾਲਜ ਖੁੱਲਣਗੇ, ਹਸਪਤਾਲ ਦੇ ਕਾਲਜ ਖੁੱਲਣਗੇ, ਸਾਡੇ ਅਖਬਾਰਾਂ ਟੀਵੀਆਂ ਵਾਲਿਆਂ ਦੇ ਦਫ਼ਤਰ ਖੁੱਲਣਗੇ, ਸਾਡੇ ਦੁੱਧ ਦੀਆਂ ਦੁਕਾਨਾਂ ਖੁੱਲਣਗੀਆਂ, ਸਾਡੇ ਆਟੇ ਦੀ ਚੱਕੀ ਖੁੱਲੂਗੀ, ਸਾਡੇ ਰਾਸ਼ਨ ਵਾਲੇ ਖੁੱਲਣਗੇ। ਇਹ ਸਮਝ ਆਉਂਦੀ ਹੈ। ਆਕਸੀਜਨ ਵਾਲੇ ਖੁੱਲਣਗੇ। ਇਹਨਾਂ ਸਾਰਿਆਂ ਦਾ ਸ਼ਰਾਬ ਦੇ ਠੇਕੇ ਨਾਲ ਕੀ ਸੰਬੰਧ ਹੈ? ਬਿਲਕੁਲ, ਸਰਕਾਰੀ ਦਫ਼ਤਰ 'ਚ 50% ਲੋਕ ਆਉਣਗੇ। ਸੋ ਸ਼ਰਾਬ ਦੇ ਠੇਕੇ ਹੁਣ ਸਰਕਾਰ ਸ਼ੁਰੂ 'ਚ ਬੰਦ ਰੱਖੇ 1-2 ਦਿਨ, ਉਹ ਸ਼ਟਰ ਚੱਕ ਉਹ ਸ਼ਟਰ 'ਚ ਹਰੇਕ ਨੇ ਇੱਕ ਸ਼ਟਰ 'ਚ ਖਾਣਾ ਬਣਾਇਆ ਹੁੰਦਾ। ਮੈਨੂੰ ਤਾਂ ਲੱਗਦਾ ਇਹ ਬੈਨ ਕਰ ਦੇਣੇ ਚਾਹੀਦੇ ਵੀ ਸ਼ਟਰਾਂ 'ਚ ਖਾਣੇ ਨਹੀਂ ਬਣਨਗੇ, ਕਿਉਂਕਿ ਉਹ ਰਾਤ ਨੂੰ ਖਾਣਾ ਆਇਆ ਹੁੰਦਾ, ਹੱਥ ਬਾਹਰ ਆਉਂਦਾ, ਪੈਸੇ ਅੰਦਰ ਲੈ ਜਾਂਦਾ ਤੇ ਬੋਤਲ ਦੇ ਜਾਂਦਾ। ਇਹ ਖਾਣੇ ਦੇ ਸ਼ਟਰਾਂ ਦੇ ਬੈਨ ਹੋਣੇ ਚਾਹੀਦੇ ਨੇ ਪਹਿਲਾਂ ਤਾਂ ਪੰਜਾਬ 'ਚ, ਵੀ ਜੇ ਕਿਸੇ ਨੇ ਸ਼ਟਰ 'ਚ ਖਾਣਾ ਲਾਇਆ ਤੇ ਉਹ ਸ਼ਟਰ ਜਿਹੜਾ ਉਹ ਸਰਕਾਰ ਸੀਲ ਕਰ ਦੂ। ਬਿਲਕੁਲ, ਉਹ ਜਿਹੜੀ ਉਹ ਖਾਨਾ ਹੈ ਨਾ ਜੀ ਸ਼ਟਰ ਦਾ, ਉਹੀ ਐਕਸਾਈਜ਼ ਦੀ ਚੋਰੀ ਹੈ। ਉਹ 100 ਵਾਲੀ 200 'ਚ ਦਿੰਦੇ। ਕਈਆਂ ਤੋਂ ਮੈਂ ਪੁੱਛਿਆ ਵੀ ਜਿਹੜੇ ਸੇਵਨ ਕਰਦੇ ਆ, ਮੈਂ ਤਾਂ ਸੇਵਨ ਨਹੀਂ ਕਰਦਾ। ਸੋ ਇਸ ਕਰਕੇ ਸਰਕਾਰਾਂ ਹੁਣ ਗਗਨ ਕੀ ਗਵਾਂ ਇਹਦੇ ਤੇ। ਹੁਣ ਸਰਕਾਰਾਂ ਨਹੀਂ ਮੰਨਦੀਆਂ ਵੀ ਕਹਿੰਦੇ ਖੋਲ੍ਹਣੇ ਆ ਠੇਕੇ। ਹੁਣ ਤੁਸੀਂ ਦੇਖੋ ਪੰਜਾਬ 'ਚ ਘਰ ਲੋਕ ਉਦਾਸ ਨੇ, ਕਿੰਨੇ ਘਰਾਂ 'ਚ ਮਾਤਮ ਛਾਏ ਹੋਏ ਨੇ। ਆਹ ਠੇਕੇ ਵਾਲਿਆਂ ਨੇ ਆਹ ਰੰਗ ਬਰੰਗੀਆਂ ਰੌਸ਼ਨੀਆਂ ਲਾ ਦੇਣੀਆਂ। ਆਹ ਤੁਸੀਂ ਦੇਖ ਲਿਓ ਅੱਜ ਕੱਲ੍ਹ 'ਚ ਠੇਕਿਆਂ ਦੇ ਬਾਹਰ ਰੰਗ ਬਰੰਗੀਆਂ ਰੌਸ਼ਨੀਆਂ ਇਹਨਾਂ ਨੇ ਲਾ ਦੇਣੀਆਂ। ਸੋ ਹੁਣ ਸਰਕਾਰੀ ਫੈਸਲਾ ਇਹਦੇ ਤੇ ਮੈਂ ਕੀ ਕਹਾਂ। ਬਿਲਕੁਲ ਪਸੰਦ ਤਾਂ ਨਹੀਂ ਇਹ ਫੈਸਲਾ, ਪਰ ਹੁਣ ਸਰਕਾਰਾਂ ਨੇ ਕਰਤਾ। ਸਰਕਾਰ ਕਹਿੰਦੇ ਸਾਡੇ ਕੋਲੇ ਹੋਰ ਕੋਈ ਜ਼ਰੀਆ ਹੀ ਨਹੀਂ ਪੈਸੇ ਕਮਾਉਣ ਦਾ।
ਤੇ ਚਲੋ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਹੋਰਾਂ ਨੂੰ ਵੀ ਜਿਹੜੀ ਛੂਟ ਮਿਲ ਸਕਦੀ ਹੈ, ਪਰ ਇਹ ਜ਼ਰੂਰ ਹੈ ਕਿ ਅਸੀਂ ਆਪਣੇ ਪੱਧਰ ਦੇ ਉੱਤੇ ਪਰ ਸਰਕਾਰ ਪ੍ਰਾਈਵੇਟ ਕੰਪਨੀਆਂ ਨੂੰ ਸਰਕਾਰ ਨੂੰ ਛੂਟ ਦੇ ਦੇਣੀ ਚਾਹੀਦੀ ਹੈ। ਪ੍ਰਾਈਵੇਟ ਕੰਪਨੀਆਂ ਨੂੰ ਦੇਖੋ ਕਹਿੰਦੇ ਵਰਕ ਫਰਮ ਹੋਮ ਕਰੋ ਜੀ, ਕੰਪਿਊਟਰ ਦਫ਼ਤਰਾਂ 'ਚ ਲੱਗੇ ਨੇ, ਘਰਾਂ 'ਚ ਕਿਹਦੇ ਕੋਲੇ ਕੰਪਿਊਟਰ ਹੈ ਸਰਕਾਰੋ? ਤੁਸੀਂ ਦੱਸੋ ਚਾਹੀਦਾ ਕੀ ਹੈ? ਵੀ ਤੁਸੀਂ ਪੂਰਾ ਦਫ਼ਤਰ ਸਟਾਫ ਦੀ ਤੁਸੀਂ ਹੱਦ ਤੈਅ ਕਰ ਦਿਓ ਕਿ ਕਿਸੇ ਵੀ ਪ੍ਰਾਈਵੇਟ ਦਫ਼ਤਰ ਦੇ ਵਿੱਚ 2 ਕਰ ਦਿਓ, ਘੱਟੋ ਘੱਟ ਵੀ 2 ਤੋਂ ਵੱਧ ਮੁਲਾਜ਼ਮ ਨਹੀਂ ਆ ਸਕਣਗੇ, ਜਾਂ 3 ਕਰ ਦਿਓ ਵੀ 3। ਅਗਰ ਕਿਸੇ ਦਫ਼ਤਰ 'ਚ 5 ਕਮਰੇ ਨੇ, ਉਹਨਾਂ ਨੂੰ ਕਹੋ 5 ਜਣੇ ਆ ਸਕਦੇ ਨੇ, ਇੱਕ ਇੱਕ ਕਮਰੇ 'ਚ ਭਾਈ ਬਹਿ ਕੇ ਆਪਣਾ ਕੰਮ ਕਰ ਲਓ। ਸਰਕਾਰੀ ਦਫ਼ਤਰਾਂ ਦੀ ਤਰਜ਼ ਤੇ ਵੀ ਡੱਲਾ ਸਾਹਿਬ ਹੋ ਸਕਦਾ ਹਾਂ, ਸਰਕਾਰੀ ਦਫ਼ਤਰਾਂ 'ਚ 50% ਹੈ, ਪ੍ਰਾਈਵੇਟ 'ਚ 50 ਕਰ ਦੇਣ। ਸੋ ਇਸ ਕਰਕੇ ਕਈ ਵਾਰੀ ਜਦੋਂ ਸਰਕਾਰਾਂ ਫੈਸਲਾ ਕਰਦੀਆਂ ਨੇ ਨਾ, ਸਰਕਾਰਾਂ ਵੀ ਸਮਝ ਨਹੀਂ ਆਉਂਦਾ ਕਿ ਇਹਨਾਂ ਫੈਸਲਿਆਂ ਦੇ ਪਿੱਛੇ ਜ਼ਿੰਮੇਦਾਰ ਕੌਣ ਹੈ। ਅਗਰ ਇਹ ਸਾਡੇ ਅਫਸਰਾਂ ਦੇ ਫੈਸਲੇ ਨੇ ਤੇ ਦੇਖੋ ਫਿਰ ਸਾਡੇ ਅਫਸਰਾਂ ਦੀ ਤਾਰੀਫ ਕਰਨੀ ਬਣਦੀ ਹੈ ਵੀ ਕਿਹੋ ਜਿਹੇ ਫੈਸਲੇ ਸਾਡੇ ਅਫਸਰ ਕਰਦੇ ਨੇ, ਫਿਰ ਤਾਂ ਨਾ ਹੀ ਕਰਿਆ ਕਰ। ਬਿਲਕੁਲ ਉੱਦਾਂ ਸਾਡੇ ਅਫਸਰ ਸਿਆਣੇ ਹੋਣਗੇ, ਅਫਸਰ ਇਹੋ ਜਿਹੇ ਫੈਸਲੇ ਨਹੀਂ ਕਰ ਸਕਦੇ। ਇਹ ਜਿਹੜੇ ਅਫਸਰਾਂ ਦੇ ਉੱਪਰ ਬੈਠੇ ਨੇ ਨਾ, ਪੋਲੀਟੀਕਲ ਲੀਡਰ, ਪੋਲੀਟੀਕਲ ਅਫਸਰ, ਇਹ ਉਹਨਾਂ ਦੇ ਫੈਸਲੇ ਹੋਣਗੇ, ਬਿਲਕੁਲ ਮੈਨੂੰ ਲੱਗਦਾ। ਤੇ ਡੱਲਾ ਸਾਹਿਬ ਇਸ ਦੇ ਨਾਲ ਹੀ ਇੱਕ ਚਿੱਠੀ ਬੀਤੇ ਦਿਨ ਤੋਂ ਬੜੀ ਚਰਚਾ ਦੇ ਵਿੱਚ ਹੋਈ ਆ, ਪਿੱਛੇ ਜਿਹੜੀ ਸ਼ਾਮ ਨੂੰ ਕੈਪਟਨ ਅਮਰਿੰਦਰ ਸਿੰਘ ਲਿਖਦੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਹੋਣਾ ਨੂੰ ਕਿ ਪੰਜਾਬ ਦੇ ਵਿੱਚ ਆਕਸੀਜਨ ਦਾ ਜਿਹੜਾ ਕਮੀ ਵੇਖਣ ਨੂੰ ਮਿਲ ਰਹੀ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੀ ਘਾਟ ਹੋ ਸਕਦੀ ਹੈ ਪੰਜਾਬ ਦੇ ਵਿੱਚ ਵੀ, ਇਸ ਕਰਕੇ ਸਾਨੂੰ ਇਜਾਜ਼ਤ ਦਿੱਤੀ ਜਾਵੇ ਕਿ ਅਸੀਂ ਪਾਕਿਸਤਾਨ ਤੋਂ ਜਿਹੜਾ ਆਕਸੀਜਨ ਮੰਗਾ ਸਕੀਏ, ਜਾਂ ਸਾਨੂੰ ਕੇਂਦਰ ਸਰਕਾਰ ਜਿਹੜੀ 50 ਮੀਟ੍ਰਿਕ ਟਨ ਆਕਸੀਜਨ ਹੋਰ ਮੁਹੱਈਆ ਕਰਾਵੇ ਤਾਂ ਜੋ ਅਸੀਂ ਪੰਜਾਬ ਨੂੰ ਸੰਭਾਲ ਸਕੀਏ। ਦੇਖੋ 4 ਮਈ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਆ ਚਿੱਠੀ ਭੇਜੀ ਹੈ, 2 ਸਫ਼ਿਆਂ ਦੀ ਚਿੱਠੀ ਹੈ, ਅੰਗਰੇਜ਼ੀ 'ਚ ਲਿਖੀ ਹੋਈ ਹੈ, ਕੈਪਟਨ ਅਮਰਿੰਦਰ ਦੇ ਦਸਤਖਤ ਨੇ। ਆ ਦੇਖੋ, ਮੈਂ ਤਾਂ ਸਹੀ ਕੈਪਟਨ ਅਮਰਿੰਦਰ ਸਿੰਘ ਦੇ ਦਸਤਖਤ ਸਹੀ ਪਹਿਲੀ ਵਾਰ ਪੜ੍ਹੀ ਹੈ, ਅੰਗਰੇਜ਼ੀ 'ਚ ਲਿਖਿਆ ਹੋਇਆ। ਔਰ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਹਾ ਵੀ ਸਾਨੂੰ 195 ਮੀਟ੍ਰਿਕ ਟਨ ਇਸ ਸਮੇਂ ਸਾਨੂੰ ਆਕਸੀਜਨ ਦੀ ਜਿਹੜੀ ਸਪਲਾਈ ਦਾ ਕੋਟਾ ਹੈ, ਪਰ ਸਾਨੂੰ ਆਕਸੀਜਨ ਹੋਰ ਚਾਹੀਦੀ ਹੈ। ਕੈਪਟਨ ਅਮਰਿੰਦਰ ਨੇ ਇਹ ਤਰਕ ਕਿਉਂ ਦਿੱਤਾ ਗਗਨ? ਉਹਦੇ ਪਿੱਛੇ ਕਾਰਨ ਇਹ ਹੈ ਕਿ ਪੰਜਾਬ 'ਚ ਕੈਪਟਨ ਅਮਰਿੰਦਰ ਕਹਿੰਦੇ ਕਿ ਕਰੀਬ 10,000 ਲੋਕ ਨੇ। ਹਾਲਾਂਕਿ ਜਿਹੜਾ ਕੱਲ ਸਰਕਾਰੀ ਅੰਕੜਾ ਆਇਆ ਸੀ ਉਹਦੇ ਵਿੱਚ 7800 ਲੋਕ ਲਿਖਿਆ ਗਿਆ ਸੀ ਕਿ ਉਹਨਾਂ ਨੂੰ ਆਕਸੀਜਨ ਲੱਗ ਗਈ ਤੇ 213 ਵੈਂਟੀਲੇਟਰ ਤੇ ਸੀ। ਇਹਦਾ ਮਤਲਬ 8000 ਤਾਂ ਕੱਲ ਹੋ ਗਏ ਸੀ ਤੇ ਅੱਜ 5 ਮਈ ਨੂੰ, ਕੱਲ 4 ਮਈ ਦਾ ਵੀ ਅੰਕੜਾ ਜੋੜ ਲਈਏ, ਅੱਜ ਵੀ ਕੋਈ ਸੰਭਾਵੀ ਮਾੜੇ ਮੋਟੇ ਮਰੀਜ਼ ਵੱਧ ਸਕਦੇ ਨੇ। ਸੋ ਕੈਪਟਨ ਅਮਰਿੰਦਰ ਨੇ ਮੋਟਾ 10,000 ਲਿਖਤਾ ਕਿ ਕਰੀਬ 10,000 ਲੋਕ ਸਾਡੇ ਨੇ ਜਿਹੜੇ ਉਹ ਕਦੀ ਆਕਸੀਜਨ ਤੇ ਆ ਜਾਂਦੇ ਨੇ, ਕਦੀ ਆਕਸੀਜਨ ਉਹਨਾਂ ਦੀ ਘਟ ਜਾਂਦੀ ਹੈ, ਠੀਕ ਹੋ ਜਾਂਦੀ ਹੈ, ਕਦੇ ਆਕਸੀਜਨ ਤੋਂ ਲਾ ਦਈਦੇ, ਕਦੀ ਆਕਸੀਜਨ ਤੇ ਚੜਾ ਦਈਦੇ। ਸੋ 10,000 ਲੋਕਾਂ ਦੀ ਗੱਲ ਕੈਪਟਨ ਅਮਰਿੰਦਰ ਨੇ ਕੀਤੀ ਹੈ ਕਿ 10,000 ਪੇਸ਼ੈਂਟ ਨੇ ਜਿਨ੍ਹਾਂ 'ਚ ਜਿਹੜੀ ਹੈ ਆਕਸੀਜਨ ਦੀ ਘਟਦੇ ਵੱਧਦੇ ਰਹਿੰਦੇ ਹੈ ਸਾਡੇ ਮਰੀਜ਼, ਇਹ ਸਾਨੂੰ ਚਾਹੀਦੀ ਹੈ। ਔਰ ਇਹ ਵੀ ਅੰਕੜਾ ਗਗਨ ਛੋਟਾ ਨਹੀਂ, 10,000 ਲੋਕਾਂ ਨੂੰ ਆਕਸੀਜਨ ਲੱਗਣੀ। 195 ਮੀਟ੍ਰਿਕ ਟਨ ਹੈ ਜਿਹੜੀ ਉਹ ਕੋਟਾ ਹੈ। ਇੱਕ ਤਾਂ ਕੋਟਾ ਕੈਪਟਨ ਅਮਰਿੰਦਰ ਕਹਿੰਦੇ ਵਧਾਓ, ਔਰ ਕੇਂਦਰ ਨੂੰ ਵਧਾਉਣਾ ਚਾਹੀਦਾ। ਦੇਖੋ ਦਿੱਲੀ ਦੀ ਹਾਈ ਕੋਰਟ ਨੇ ਭਾਰਤ ਸਰਕਾਰ ਨੂੰ ਕਿਹਾ ਹੈ, 1 ਮਈ ਨੂੰ ਹੁਕਮ ਦਿੱਤਾ ਸੀ, ਕਹਿੰਦੇ ਅਸੀਂ ਤੁਹਾਨੂੰ ਕਿਹਾ ਸੀ 1 ਮਈ ਨੂੰ ਕਿ ਦਿੱਲੀ ਨੂੰ 490 ਮੀਟ੍ਰਿਕ ਟਨ ਆਕਸੀਜਨ ਹੈ ਜਿਹੜੀ ਤੁਰੰਤ ਦਿਓ, ਤੁਸੀਂ ਕਿਉਂ ਨਹੀਂ ਦਿੱਤੀ? ਹੁਣ ਜਿਹੜੇ ਨੇ ਹਾਈ ਕੋਰਟ ਨੇ ਕੇਂਦਰ ਸਰਕਾਰ ਦੇ 2 ਵੱਡੇ ਅਫਸਰ ਨੇ, ਪਿਊਸ਼ ਗੋਇਲ ਤੇ ਸੁਮਿਤਾ ਡਾਬਰਾ, ਉਹਨਾਂ ਨੂੰ ਨਿੱਜੀ ਤੌਰ ਤੇ ਹਾਈ ਕੋਰਟ ਦੇ ਵਿੱਚ ਪੇਸ਼ ਹੋਣ ਲਈ ਕਿਹਾ। ਹੁਣ ਪਿਊਸ਼ ਗੋਇਲ ਹਾਈ ਕੋਰਟ 'ਚ ਜਾ ਕੇ ਦੱਸਣਗੇ ਵੀ ਸਾਨੂੰ ਦਿੱਕਤ ਕਿੱਥੋਂ ਆ ਰਹੀ ਹੈ। ਹਾਈ ਕੋਰਟ ਬਹੁਤ ਸਖਤ ਹੋਈ ਪਈ ਹੈ ਜੀ, ਅਦਾਲਤਾਂ ਸਾਡੀਆਂ ਸਖਤ ਹੋ ਜਾਣ ਨਾ, ਸਾਡਾ ਪੋਲੀਟੀਕਲ ਸਿਸਟਮ ਸੁਧਰ ਜੇ ਗਗਨ, ਸੁਧਰ ਜੇ ਸਾਡਾ ਪੋਲੀਟੀਕਲ ਸਿਸਟਮ। ਅਗਰ ਅਦਾਲਤਾਂ ਸਾਡੀਆਂ ਸਖਤ ਹੋ ਜਾਣਾ, ਲੀਡਰਾਂ ਦੇ ਕੇਸ ਸਾਲਾਂ ਬੱਧੀ ਲਟਕਾਈ ਰਹਿੰਦੇ ਨੇ ਸਾਡੇ ਅਦਾਲਤਾਂ 'ਚ, ਅਦਾਲਤਾਂ ਪਹਿਲ ਦੇ ਆਧਾਰ ਤੇ ਲੀਡਰਾਂ ਦੇ ਕੇਸ ਤੈਅ ਕਰ ਦੇਣ, ਲੈ ਕਿੰਨਾ ਵੱਡਾ ਸਫਾਇਆ ਸਾਡੇ ਸਮਾਜ 'ਚੋਂ ਹੋ ਜੇ। ਕੂੜੇ ਦਾ ਜਿਵੇਂ ਸਫਾਇਆ ਕਰਦੇ ਆ ਨਾ ਪਰ ਰੋਜ਼ ਘਰਾਂ 'ਚ, ਵਿਹੜਿਆਂ 'ਚ, ਮੁਹੱਲਿਆਂ 'ਚ, ਦਫ਼ਤਰਾਂ 'ਚ, ਸ਼ਹਿਰਾਂ 'ਚ, ਉਸੇ ਤਰ੍ਹਾਂ ਪੋਲੀਟੀਕਲ ਗੰਦਗੀ ਦਾ ਸਫਾਇਆ ਹੋਣਾ ਬੜਾ ਜ਼ਰੂਰੀ ਹੈ ਸਾਡੇ ਮੁਲਕ 'ਚ। ਹਾਈ ਕੋਰਟਾਂ ਸਖਤ ਹੋ ਗਈਆਂ। ਹੁਣ ਕੈਪਟਨ ਅਮਰਿੰਦਰ ਕਹਿੰਦੇ ਸਾਨੂੰ ਲੋੜ ਹੈ ਬਹੁਤ ਜ਼ਿਆਦਾ ਹੋਰ ਆਕਸੀਜਨ ਦੀ। ਫਿਰ ਕੈਪਟਨ ਅਮਰਿੰਦਰ ਨੇ ਯਾਦ ਕਰਾਇਆ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਔਰ ਸਿਹਤ ਮੰਤਰੀ ਨੂੰ ਵੀ। ਕੈਪਟਨ ਅਮਰਿੰਦਰ ਕਹਿੰਦੇ ਮੈਂ ਤੁਹਾਨੂੰ ਟੈਲੀਫੋਨ ਵੀ ਕਰਦਾ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨਾਲ ਵੀ ਗੱਲ ਕੀਤੀ ਕੈਪਟਨ ਅਮਰਿੰਦਰ ਨੇ। ਕੈਪਟਨ ਅਮਰਿੰਦਰ ਨੇ ਜਿਹੜੇ ਕੇਂਦਰੀ ਸਿਹਤ ਮੰਤਰੀ ਹੈ, ਕੀ ਨਾਮ ਹੈ ਉਹਨਾਂ ਦਾ, ਜਿਹੜੇ ਪਹਿਲਾਂ ਦਿੱਲੀ ਦੇ ਵੱਡੇ ਲੀਡਰ ਸੀਗੇ, ਹਰਸ਼ਵਰਧਨ, ਡਾਕਟਰ ਹਰਸ਼ਵਰਧਨ, ਉਹਨਾਂ ਦੇ ਨਾਲ ਗੱਲ ਕੀਤੀ। ਔਰ ਕੈਪਟਨ ਅਮਰਿੰਦਰ ਕਹਿੰਦੇ ਵੀ ਜਾਂ ਸਾਨੂੰ ਪਾਕਿਸਤਾਨ ਤੋਂ ਮੰਗਾ ਲੈਣ ਦਿਓ, ਸਾਡੇ ਜਿਹੜੇ ਪੰਜਾਬ ਦੀ ਇੰਡਸਟਰੀ ਹੈ, ਉਦਯੋਗ ਹੈ, ਉਹ ਇੰਪੋਰਟ ਕਰ ਸਕਦਾ LMO, ਲਿਕੁਇਡ ਮੈਡੀਕਲ ਆਕਸੀਜਨ, ਲਿਕੁਇਡ ਮੈਡੀਕਲ ਆਕਸੀਜਨ, ਆਕਸੀਜਨ ਕਹਿ ਦਈਏ ਸਾਡੇ ਸ਼ਬਦਾਂ 'ਚ। ਪੰਜਾਬ ਦਾ ਉਦਯੋਗ ਪਾਕਿਸਤਾਨ ਤੋਂ ਇੰਪੋਰਟ ਕਰ ਸਕਦਾ ਹੈ।
ਆਕਸੀਜਨ ਵੱਡੇ ਵੱਡੇ ਕੰਟੇਨਰਾਂ 'ਚ, ਔਰ ਵਾਹਗਾ ਬਾਰਡਰ ਦੇ ਜ਼ਰੀਏ ਆ ਸਕਦਾ ਹੈ। ਅਟਾਰੀ ਵਾਹਗਾ ਸਰਹੱਦ ਦੇ ਜ਼ਰੀਏ ਆ ਪਾਕਿਸਤਾਨ ਦੇ ਲਾਹੌਰ ਤੋਂ ਲੈ ਉਸੇ ਦਿਨ ਪਾਕਿਸਤਾਨ ਤੋਂ ਸਵੇਰੇ ਟਰੱਕ ਚੱਲਣਾ ਹੈ, 5 ਘੰਟਿਆਂ 'ਚ ਸਾਡੇ ਪਹੁੰਚ ਜਾਣਾ, ਚਾਹੇ ਪਟਿਆਲੇ ਲੈ ਜਾਓ, ਚਾਹੇ ਚੰਡੀਗੜ੍ਹ ਲੈ ਜਾਓ, ਚਾਹੇ ਹਰਿਆਣੇ ਲੈ ਜਾਓ। ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਸਾਨੂੰ ਕੋਈ ਇਤਰਾਜ਼ ਨਹੀਂ, ਅਗਰ ਮੰਗ ਹੁੰਦੀ ਹੈ ਆਕਸੀਜਨ ਦੀ ਅਸੀਂ ਦੇਣ ਨੂੰ ਤਿਆਰ ਹਾਂ, ਆਪਾਂ ਆਕਸੀਜਨ ਹੀ ਮੰਗਾ ਲਈਏ। ਡਿੱਲਰ ਸਾਹਿਬ, ਇੱਥੇ ਇੱਕ ਬੜਾ ਅਹਿਮ ਸਵਾਲ ਹੈ ਜਿਹੜਾ ਇਸ ਸਾਰੀ ਗੱਲਬਾਤ ਦੇ ਵਿੱਚੋਂ ਨਿਕਲਦਾ ਹੈ ਕਿ ਅਸੀਂ ਚਾਈਨਾ ਵਰਗੇ ਮੁਲਕ ਤੋਂ ਵੀ ਆਕਸੀਜਨ ਦੀ ਸਹਾਇਤਾ ਲੈ ਰਹੇ ਹਾਂ, ਅਸੀਂ ਹੋਰ ਜਿਹੜੇ ਬਾਕੀ ਮੁਲਕਾਂ ਤੋਂ ਵੀ ਆਕਸੀਜਨ ਦੀ ਸਹਾਇਤਾ ਲੈ ਰਹੇ ਹਾਂ, ਤਾਂ ਪਾਕਿਸਤਾਨ ਤੋਂ ਸਾਨੂੰ ਇੰਨਾ ਸੋਚਣਾ ਕਿਉਂ ਪੈ ਰਿਹਾ ਆਕਸੀਜਨ ਲੈਣ ਦੇ ਲਈ? ਕਿਉਂਕਿ ਜਿਹੋ ਜਿਹੇ ਸਬੰਧ ਸਾਡੇ ਚਾਈਨਾ ਨਾਲ ਨੇ, ਉਹੋ ਜਿਹੇ ਸਬੰਧ ਸਾਡੇ ਪਾਕਿਸਤਾਨ ਨਾਲ ਵੀ ਨਹੀਂ। ਉਹਦੇ ਪਿੱਛੇ ਕਾਰਨ ਇਹ ਹੈ ਨਾ ਵੀ ਪਾਕਿਸਤਾਨ ਕਿਤੇ ਨਾ ਕਿਤੇ ਜਿਹੜਾ ਪਾਕਿਸਤਾਨ ਦੇ ਨਾਲ ਪਾਕਿਸਤਾਨ ਤੋਂ ਆਕਸੀਜਨ ਮੰਗਾਉਣ ਦਾ ਮਕਸਦ ਇਹ ਹੈ, ਕੇਂਦਰ ਦੀ ਸਰਕਾਰ ਨੂੰ ਕਿਤੇ ਇਹ ਲੱਗਦਾ ਹੈ ਵੀ ਪਾਕਿਸਤਾਨ ਇਹ ਨਾ ਸਮਝੇ ਕਿ ਹਿੰਦੁਸਤਾਨ ਬਹੁਤ ਮਜਬੂਰੀ 'ਚ ਹੈ। ਭਾਰਤ ਦੀ ਸਰਕਾਰ ਕਹਿੰਦੀ ਅਸੀਂ ਬਦਲ ਦੇਵਾਂਗੇ ਤੁਹਾਨੂੰ ਆਕਸੀਜਨ ਦਾ। ਦੇਖੋ, ਜਾਂ ਤਾਂ ਆਕਸੀਜਨ ਦੀ ਸਪਲਾਈ ਦੇ ਦੇ ਕੇਂਦਰ ਸਰਕਾਰ, ਜਾਂ ਤਾਂ ਪੰਜਾਬ ਲਈ ਆਕਸੀਜਨ ਦੀ ਸਪਲਾਈ ਦੇ ਦੇ, ਫਿਰ ਪਾਕਿਸਤਾਨ ਤੋਂ ਮੰਗਾਉਣ ਦੀ ਸਾਨੂੰ ਲੋੜ ਹੀ ਨਹੀਂ। ਪਰ ਜੇ ਕੇਂਦਰ ਸਰਕਾਰ ਅਸਮਰੱਥ ਹੋ ਰਹੀ ਹੈ, ਲੋਕਾਂ ਦੀਆਂ ਕੀਮਤੀ ਜਾਨਾਂ ਤਾਂ ਆਪਾਂ ਮੰਗਾਉਣੀਆਂ ਨੇ ਨਾ। ਲੋੜ ਵੇਲੇ ਤਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੀ ਕੇਕ ਲੈ ਕੇ ਗਏ ਸੀ ਉੱਥੋਂ ਦੇ ਪ੍ਰਧਾਨ ਮੰਤਰੀ ਨੂੰ ਮਿਲਣ। ਨਵਾਜ਼ ਸ਼ਰੀਫ ਉਹ ਵੀ ਸਾਡੇ ਪੰਜਾਬੀ ਹੋਈ ਸੀ, ਘਰ ਦੇ ਹੀ ਬੰਦੇ ਸੀ ਉਹ। ਕਿਸੇ ਸਮੇਂ ਤਾਂ ਉਹ ਮੁਲਕ ਬਦਲਿਆ, ਵਕਤ ਬਦਲਿਆ, ਹਾਲਾਤ ਬਦਲੇ, ਪ੍ਰਧਾਨ ਮੰਤਰੀ ਬਦਲੇ, ਬਣ ਵੀ ਗਏ ਪ੍ਰਧਾਨ ਮੰਤਰੀ। ਚਲੋ ਹੁਣ ਤਾਂ ਕਾਫੀ ਸਮੇਂ ਤੋਂ ਜੇਲ੍ਹ 'ਚ ਨੇ। ਹੁਣ ਅਗਰ ਪ੍ਰਧਾਨ ਮੰਤਰੀ ਸਾਹਿਬ ਖੁਸ਼ੀ ਦੇ ਮੌਕੇ ਜਾ ਸਕਦੇ, ਜ਼ਰੂਰਤ ਦੇ ਮੌਕੇ ਜਾ ਸਕਦੇ, ਤੇ ਅਗਰ ਪੰਜਾਬ ਦੀ ਆਕਸੀਜਨ ਦੀ ਜ਼ਰੂਰਤ ਨਹੀਂ ਪੂਰੀ ਹੁੰਦੀ, ਜਾਂ ਹਰਿਆਣੇ ਦੀ ਜਾਂ ਦੇਸ਼ ਦੀ, ਤਾਂ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਦੁੱਖ ਸੁੱਖ ਵੇਲੇ ਜ਼ਰੂਰ ਜਿਹੜੇ ਗੁਆਂਢੀ ਆ ਉਹ ਮਦਦ ਕਰਦੇ ਨੇ ਇੱਕ ਦੂਜੇ ਦੀ। ਸੋ ਅਗਰ ਨਹੀਂ ਭਾਰਤ ਦੀ ਸਰਕਾਰ ਆਕਸੀਜਨ ਦੀ ਸਪਲਾਈ ਦੇ ਸਕਦੀ, ਫਿਰ ਵਿਚਾਰ ਕਰ ਲੈਣਾ ਚਾਹੀਦਾ ਹੈ। ਦੇਖੋ, ਕੈਪਟਨ ਅਮਰਿੰਦਰ ਵੀ ਤਾਂ ਪਾਕਿਸਤਾਨ ਦੇ ਪੱਕੇ ਦੁਸ਼ਮਣ ਨੇ ਨਾ। ਕੈਪਟਨ ਅਮਰਿੰਦਰ ਨੂੰ ਤਾਂ ਸਿੱਧੂ ਦੀ ਜੱਫੀ ਵੀ ਨਹੀਂ ਸੀ ਪਸੰਦ ਆਈ, ਬਾਜਵੇ ਨਾਲ। ਕੈਪਟਨ ਅਮਰਿੰਦਰ ਨੂੰ ਪਾਕਿਸਤਾਨ ਦਾ ਕੁਝ ਵੀ ਪਸੰਦ ਨਹੀਂ ਆਉਂਦਾ। ਕੈਪਟਨ ਅਮਰਿੰਦਰ ਦੀ ਸਖਤ ਚੇਤਾਵਨੀ ਰਹਿੰਦੀ ਹੈ ਪਾਕਿਸਤਾਨ ਬਾਰੇ ਵੀ ਪਾਕਿਸਤਾਨ ਨਾਪਾਕ ਸਾਜ਼ਿਸ਼ਾਂ ਰਚ ਸਕਦਾ ਹੈ। ਅਕਸਰ ਬਿਆਨ ਆਉਂਦਾ ਕੈਪਟਨ ਅਮਰਿੰਦਰ ਸਿੰਘ ਦਾ। ਆਹ ਦੇਖੋ, ਡਰੋਨਾਂ ਦੇ ਜ਼ਰੀਏ ਪਾਕਿਸਤਾਨ ਤੋਂ ਹਥਿਆਰ ਆਉਂਦੇ ਨੇ, ਔਰ ਕੈਪਟਨ ਅਮਰਿੰਦਰ ਔਰ ਪੰਜਾਬ ਦੀ ਪੁਲਿਸ ਔਰ BSF ਕਿੰਨੀ ਵਾਰੀ ਹੈਰੋਇਨ ਫੜਦੇ ਨੇ, ਪਾਕਿਸਤਾਨ ਤੋਂ ਨਸ਼ਾ ਆਉਂਦਾ। ਪਰ ਆਕਸੀਜਨ ਮੰਗਾਉਣਾ ਪੰਜਾਬ ਦੇ ਲੋਕਾਂ ਦੀ ਜਾਨ ਬਚਾਉਣ ਦੇ ਲਈ ਜ਼ਰੂਰੀ ਹੈ। ਇਸ ਕਰਕੇ ਕੈਪਟਨ ਅਮਰਿੰਦਰ ਕੌੜਾ ਘੁੱਟ ਭਰ ਰਹੇ ਨੇ, ਨਹੀਂ ਤਾਂ ਕੈਪਟਨ ਅਮਰਿੰਦਰ ਸਖਤ ਵਿਰੋਧੀ ਨੇ ਪਾਕਿਸਤਾਨ ਦੇ। ਹੁਣ ਜੇ ਕੈਪਟਨ ਅਮਰਿੰਦਰ ਨੇ ਚਿੱਠੀ ਲਿਖੀ ਹੈ ਤੇ ਕੇਂਦਰ ਨੂੰ ਗੰਭੀਰਤਾਪੂਰਵਕ ਇਹ 'ਤੇ ਸੋਚਣਾ ਚਾਹੀਦਾ। ਬਿਲਕੁਲ। ਸੋ ਇਹ ਆਸ ਉਮੀਦ ਆ ਕਿ ਜਿਹੜਾ ਸਰਕਾਰਾਂ ਆਪਸ ਦੇ ਵਿੱਚ ਇਸ ਚੀਜ਼ ਨੂੰ ਸੰਭਲ ਕੇ ਜਿਹੜੇ ਵਰਤਨ, ਤਾਂ ਜੋ ਪੰਜਾਬ ਦੇ ਵਿੱਚ ਖਾਸ ਕਰਕੇ ਜੇਕਰ ਹਾਲਾਤ ਵਿਗੜਦੇ ਨੇ ਤਾਂ ਉਮੀਦ ਕਰਾਂਗੇ ਨਾ ਵਿਗੜਨ। ਅਸੀਂ ਸਾਰੇ ਆਪਸ ਦੇ ਵਿੱਚ ਅਰਦਾਸਾਂ ਕਰਦੇ ਹਾਂ ਜੀ, ਨਾ ਵਿਗੜਨ। ਬਿਲਕੁਲ। ਤੇ ਉਮੀਦ ਕਰਾਂਗੇ ਕਿ ਆਉਣ ਵਾਲੇ ਦਿਨਾਂ 'ਚ ਜਿਹੜਾ ਆਕਸੀਜਨ ਦਾ ਨਾ ਹੀ ਲੋੜ ਪਵੇ ਤਾਂ ਵਧੀਆ, ਪਰ ਫਿਰ ਵੀ ਪ੍ਰਬੰਧ ਜਿਹੜੇ ਪਹਿਲ ਦੇ ਆਧਾਰ ਦੇ ਉੱਤੇ ਸਰਕਾਰਾਂ ਨੂੰ ਕਰ ਲੈਣੇ ਜ਼ਰੂਰੀ ਚਾਹੀਦੇ ਨੇ। ਤੇ ਡੱਲਾ ਸਾਹਿਬ, ਇੱਕ ਗੱਲਬਾਤ ਜਿਹੜੀ ਅਰਵਿੰਦ ਕੇਜਰੀਵਾਲ ਦੀ ਕਰਨੀ ਬਹੁਤ ਜ਼ਰੂਰੀ ਹੈ। ਅਰਵਿੰਦ ਕੇਜਰੀਵਾਲ ਨੇ ਇੱਕ ਸੁੱਖ ਦਾ ਸਾਥ ਦਿੱਤਾ ਹੈ ਦਿੱਲੀ ਦੇ, ਚਾਹੇ ਬੇਸ਼ੱਕ ਮਜ਼ਦੂਰ ਹੋਣ ਉਹਨਾਂ ਦੇ ਲਈ ਹੋਵੇ, ਜਾਂ ਜਿਹੜੇ ਆਟੋ ਤੇ ਰਿਕਸ਼ਾ ਚਾਲਕ ਨੇ ਉਹਨਾਂ ਦੇ ਲਈ। ਉਹ ਮੈਂ ਕਹਿੰਦਾ ਕਰੋ ਰਾਹਤ ਜ਼ਰੂਰ ਦੱਸੇ, ਕਿਉਂਕਿ ਜੋ ਚੰਗਾ ਕੰਮ ਜਿਹੜੇ ਕਰਦੇ ਨੇ ਉਹ ਜ਼ਰੂਰ ਦੱਸਣਾ ਬਣਦਾ। ਬਿਲਕੁਲ ਜੀ, 72 ਲੱਖ ਲੋਕਾਂ ਨੂੰ 2 ਮਹੀਨੇ ਦਾ ਰਾਸ਼ਨ ਹੈ, ਬੜੀ ਚੰਗੀ ਗੱਲ ਹੈ। ਅਰਵਿੰਦ ਕੇਜਰੀਵਾਲ ਮੁਬਾਰਕਬਾਦ ਦੇ ਪਾਤਰ ਨੇ, ਕਿਉਂਕਿ ਦਿੱਲੀ 'ਚ ਸਥਿਤੀਆਂ ਚਿੰਤਾਜਨਕ ਨੇ, ਪਰ ਕੇਸ ਭਾਵੇਂ ਘਟੇ ਨੇ। ਦਿੱਲੀ 'ਚ ਕੱਲ੍ਹ 18,043 ਨਵੇਂ ਕੇਸ ਆਏ ਨੇ, 28 ਪਹੁੰਚ ਗਏ ਸੀ ਕੁਝ ਦਿਨ ਪਹਿਲਾਂ। ਸੋ ਦਿੱਲੀ 'ਚ ਕੇਸ ਘਟੇ ਨੇ, ਪੂਰੇ ਮੁਲਕ 'ਚ ਕੇਸ ਘਟੇ ਨੇ। ਪਿਛਲੇ 4-5 ਦਿਨਾਂ ਤੋਂ ਕੇਸ ਘਟ ਰਹੇ ਨੇ, ਇਹ ਸੁੱਖ ਦਾ ਸਾਹ ਹੈ। ਮੈਂ ਮੰਨ ਸਕਦਾ ਕਿ ਸ਼ਾਇਦ ਕੋਵਿਡ ਆਪਣੇ ਪੀਕ ਤੋਂ ਹੇਠਾਂ ਚੱਲ ਗਿਆ ਤੇ ਹੁਣ ਆਉਂਦੇ ਸਮੇਂ 'ਚ ਘਟਦਾ ਜਾਊਗਾ, ਪਰ ਆਪਾਂ ਸਾਵਧਾਨੀ ਨਹੀਂ ਛੱਡਣੀ। ਆਪਾਂ ਗਰਾਰੇ ਗਰੂਰੇ ਕਰਦੇ ਰਹਿਣਾ, ਭਾਫ ਲੈਂਦੇ ਰਹਿਣਾ, ਮਾਸਕ ਲਾਈ ਰੱਖਣਾ, ਦੂਰੀਆਂ ਬਣਾਈ ਰੱਖਣੀਆਂ ਨੇ। ਔਰ ਇਹਦੇ ਨਾਲ ਨਾਲ ਮੈਂ ਇਹ ਵੀ ਕਹਿਣਾ ਚਾਹੂੰਗਾ ਕਿ ਕੇਜਰੀਵਾਲ ਨੇ ਆਟੋ ਰਿਕਸ਼ਾ ਚਾਲਕਾਂ ਨੂੰ, ਟੈਕਸੀ ਡਰਾਈਵਰਾਂ ਨੂੰ 5-5 ਹਜ਼ਾਰ, ਇਹ ਚੰਗਾ ਫੈਸਲਾ ਹੈ। ਕੈਪਟਨ ਅਮਰਿੰਦਰ ਨੂੰ ਵੀ ਕਹਿਣਾ ਚਾਹੀਦਾ। ਪੰਜਾਬ 'ਚ ਸਕੂਲਾਂ 'ਚ ਸਾਡੇ ਡਰਾਈਵਰ ਭਰਾ ਵਿਹਲੇ ਨੇ, ਪ੍ਰਾਈਵੇਟ ਟੈਕਸੀ ਚਾਲਕ ਅੱਜ ਕੱਲ੍ਹ ਵਿਹਲੇ ਹੋਏ ਪਏ ਨੇ। ਕੈਪਟਨ ਅਮਰਿੰਦਰ ਨੂੰ ਵੀ ਚਾਹੀਦਾ ਹੈ ਕਿ ਜਿਗਰਾ ਕੱਢਣ, 5-5 ਹਜ਼ਾਰ ਪੰਜਾਬ ਦੇ ਲੋਕਾਂ ਨੂੰ ਵੀ ਦੇਣ ਜਿਨ੍ਹਾਂ ਦੇ ਰੁਜ਼ਗਾਰ ਰੁਕ ਗਏ, ਜਿਹੜੇ ਕੰਮਕਾਰ ਨਹੀਂ ਕਰ ਸਕਦੇ। ਮਾਰਨ ਹਿੰਮਤ। ਹੁਣ ਤਾਂ ਚੰਗਾ ਟੈਕਸ ਇਕੱਠਾ ਹੁੰਦਾ ਪੰਜਾਬ ਦੇ ਸੂਬੇ ਨੂੰ। ਆ ਦੇਖ ਲਓ ਪੈਟਰੋਲ ਕਿੱਥੇ ਲੱਗਿਆ ਪਿਆ। ਆ ਪੈਟਰੋਲ ਦਾ ਰੈਵਨਿਊ ਹੀ ਸਾਰਾ ਆ ਰਿਹਾ ਨਾ, ਪੰਜਾਬ ਨੂੰ ਵੀ ਆ ਰਿਹਾ ਵੈਟ ਦੇ ਤੌਰ ਤੇ। ਹੁਣ ਪੰਜਾਬ ਦੀ ਸਰਕਾਰ ਇਹ ਨਹੀਂ ਕਹਿ ਰਹੀ ਵੀ ਸਾਡੇ ਕੋਲੇ ਪੈਸਾ ਨਹੀਂ ਆ ਰਿਹਾ, ਠੇਕੇ ਖੋਲ੍ਹਤੇ। ਹੁਣ ਤਾਂ ਠੇਕੇ ਖੋਲ੍ਹਣ ਪਿੱਛੇ ਇਹ ਤਰਕ ਦੇ ਦਿਓ ਕਿ ਠੇਕੇ ਤੋਂ ਜਿੰਨੀ ਸਾਨੂੰ ਕਮਾਈ ਹੋਣੀ ਹੈ ਅਸੀਂ ਜ਼ਰੂਰਤਮੰਦਾਂ ਨੂੰ ਪੈਸੇ ਦੇਣੇ। ਸੋ ਕੇਜਰੀਵਾਲ ਨੂੰ ਮੁਬਾਰਕਬਾਦ ਹੈ ਜੀ, ਕੇਜਰੀਵਾਲ ਨੇ ਇਹ ਚੰਗਾ ਫੈਸਲਾ ਕੀਤਾ। ਸੋ ਕੇਜਰੀਵਾਲ ਇਹੋ ਜਿਹੇ ਫੈਸਲੇ ਲੈਂਦੇ ਰਹੇ। ਉਂਝ ਕੇਜਰੀਵਾਲ ਕੋਵਿਡ ਦੀ ਲੜਾਈ 'ਚ ਮਾਰ ਖਾ ਗਿਆ ਗਗਨ, ਮੈਨੂੰ ਇਹ ਲੱਗਦਾ।
ਕੇਜਰੀਵਾਲ ਅਗਰ ਪਹਿਲਾਂ ਸੁਚੇਤ ਹੁੰਦਾ ਤੇ ਦਿੱਲੀ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲ ਸਕਦੇ ਸੀ, ਪਰ ਕੇਜਰੀਵਾਲ ਇਸ ਵਾਰ ਫੇਲ ਹੋਏ। ਪਰ ਆਹ ਫੈਸਲਾ ਚੰਗਾ ਹੈ, ਔਰ ਇਹੋ ਜਿਹੇ ਅਗਰ ਫੈਸਲੇ ਚੰਗੇ ਰਹਿਣ, ਦੇਖੋ ਵਿਅਕਤੀ ਜ਼ਿੰਦਗੀ 'ਚ ਫੇਲ ਪਾਸ ਹੁੰਦਾ ਰਹਿੰਦਾ ਹੈ। ਮੈਂ ਫੇਲ ਹੋ ਗਿਆ ਸੀ ਜੀ ਪੜ੍ਹਾਈ ਸਮੇਂ ਇੱਕ ਵਾਰੀ 11ਵੀਂ ਕਲਾਸ 'ਚੋਂ, ਪਰ ਮਿਹਨਤਾਂ ਕੀਤੀਆਂ, ਮੁੜ ਕੇ ਫਿਰ ਪੜ੍ਹ ਗਏ। ਸੋ ਫੇਲ ਪਾਸ ਇਹ ਮਨੁੱਖ ਦੀ ਜ਼ਿੰਦਗੀ 'ਚ ਇਹ ਸਧਾਰਨ ਘਟਨਾ ਹੈ। ਅੱਗੇ ਦੀ ਸੋਚੋ, ਜੇ ਇੱਕ ਵਾਰ ਫੇਲ ਹੋ ਗਏ ਦੁਬਾਰਾ ਫੇਲ ਨਹੀਂ ਹੋਣਾ, ਇਹ ਤਹਈਆ ਕਰੀਏ। ਇਹੀ ਤਹਈਆ ਕੇਜਰੀਵਾਲ ਨੂੰ ਕਰਨਾ ਚਾਹੀਦਾ ਕਿ ਜੇ ਹੁਣ ਕੋਵਿਡ 'ਚ ਫੇਲ ਹੋ ਗਿਆ ਕੇਜਰੀਵਾਲ, ਅਗਲੇ ਪ੍ਰਬੰਧਾਂ 'ਚ ਕੇਜਰੀਵਾਲ ਪਾਸ ਹੋਵੇ ਤੇ ਫਿਰ ਹੀਰੋ ਬਣ ਕੇ ਮੂਹਰੇ ਰਵੇ। ਬਿਲਕੁਲ। ਤੇ ਡੱਲਾ ਸਾਹਿਬ, ਇੱਕ ਸਵਾਲ ਹੋਰ ਜਿਹੜਾ ਅਹਿਮ ਜ਼ਰੂਰੀ ਆ ਗਿਆ, ਉਹ ਇਹ ਹੈ ਕਿ ਅੱਜ ਤੋਂ ਪੰਜਾਬ ਦੇ ਸਿੱਖਿਆ ਮੰਤਰੀ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਆਨਲਾਈਨ ਕਲਾਸਾਂ ਜਿਹੜੀਆਂ ਉਹ ਦੂਰਦਰਸ਼ਨ ਦੇ ਉੱਤੇ ਲੱਗਿਆ ਕਰਨੀਆਂ, ਦੂਰਦਰਸ਼ਨ ਦੇ ਉੱਤੇ ਜਵਾਕਾਂ ਨੂੰ ਜਿਹੜਾ ਪੜ੍ਹਾਇਆ ਜਾਇਆ ਕਰਨਾ ਅੱਜ ਤੋਂ। ਇਸ ਫੈਸਲੇ ਨੂੰ ਕਿੱਦਾਂ ਵੇਖ ਰਹੇ ਹੋ? ਕਿਉਂਕਿ ਸਮਾਰਟਫੋਨ ਤਾਂ ਮੈਨੂੰ ਲੱਗਦਾ ਘਰ ਘਰ ਤੱਕ ਨਹੀਂ ਪਹੁੰਚੇ ਬੱਚਿਆਂ ਤੱਕ, ਪਰ ਇਹ ਫੈਸਲੇ ਨੂੰ ਕਿੱਦਾਂ ਵੇਖ ਰਹੇ ਹੋ? ਦੇਖੋ, ਇਹ ਵੀ ਫੈਸਲਾ ਗਗਨ ਬਹੁਤ ਚੰਗਾ ਹੈ ਕਿ ਦੂਰਦਰਸ਼ਨ ਦੇ ਜ਼ਰੀਏ ਅਗਰ ਵਿਦਿਆਰਥੀਆਂ ਤੱਕ ਪੜ੍ਹਾਈ ਪਹੁੰਚੂਗੀ। ਉਂਝ ਮੈਂ ਪਿੱਛੇ ਜੇ ਅੰਕੜੇ ਦੇਖ ਰਿਹਾ ਸੀ, ਪਿਛਲੇ ਸਾਲ ਨਾਲੋਂ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਵੱਧ ਬੱਚਿਆਂ ਨੇ ਆਨਲਾਈਨ ਪੜ੍ਹਾਈ ਲਈ ਦਾਖਲਾ ਕਰਾਇਆ। ਔਰ ਵਿਜੇ ਇੰਦਰ ਸਿੰਗਲਾ ਜਿਹੜੇ ਪੰਜਾਬ ਦੇ ਸਿੱਖਿਆ ਮੰਤਰੀ ਨੇ, ਕਿਸੇ ਹੱਦ ਤੱਕ ਮੈਨੂੰ ਲੱਗਦਾ ਕਿ ਉਹਨਾਂ ਨੇ ਮਿਹਨਤ ਕੀਤੀ ਆਪਣੇ ਮਹਿਕਮੇ 'ਚ, ਔਰ ਵਿਜੇ ਇੰਦਰ ਸਿੰਗਲਾ ਨੂੰ ਮੁਬਾਰਕਾਂ। ਸੋ ਪੜ੍ਹਾਈ ਦੇ ਖੇਤਰ 'ਚ ਵੀ ਜਿਹੜੇ ਮੰਤਰੀ ਆਪਣਾ ਯੋਗਦਾਨ ਪਾਉਂਦੇ ਨੇ ਤੇ ਲੋਕ ਕਾਫੀ ਉਹਨਾਂ ਦਾ ਸਤਿਕਾਰ ਵੀ ਕਰਨਗੇ ਤੇ ਧੰਨਵਾਦ ਵੀ ਕਰਨਗੇ। ਔਰ ਮੈਂ ਇੱਕ ਗੱਲ ਆਪਣੇ ਵੱਲੋਂ ਦੱਸਦਾ ਕਿ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਵਿਖੇ 250 ਬੈੱਡਾਂ ਦਾ ਪ੍ਰਬੰਧ ਕੀਤਾ ਗਿਆ। ਇੱਕ ਬਹੁਤ ਵੱਡੇ ਹਾਲ 'ਚ 250 ਬੈੱਡ ਲੱਗ ਗਏ, ਆਕਸੀਜਨ ਦੇ ਨਾਲ ਪ੍ਰਬੰਧ ਕੀਤਾ ਹੋਇਆ ਹੈ। ਔਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਪ੍ਰਬੰਧ ਕੀਤਾ ਹੈ। ਹਰ ਉਹ ਮਰੀਜ਼ ਜਿਹਨੂੰ ਆਕਸੀਜਨ ਕਿਤੇ ਨਹੀਂ ਮਿਲ ਰਹੀ, ਗੁਰੂ ਘਰ ਦੇ ਇਸ ਪ੍ਰਬੰਧ 'ਚ ਉਹਨੂੰ ਆਕਸੀਜਨ ਮਿਲੂਗੀ। ਔਰ ਦੁਨੀਆ 'ਚ ਇੱਕ ਵਾਰੀ ਫੇਰ ਮਿਸਾਲਾਂ ਨੇ ਜਿਹੜੀਆਂ ਉਹ ਗੁਰਦੁਆਰਾ ਸਾਹਿਬ ਤੋਂ ਜਾ ਰਹੀਆਂ ਨੇ। ਗਗਨ, ਮੈਂ ਅੱਗੇ ਵੀ ਕਿਹਾ ਸੀ, ਆਪਣੇ ਗਾਜ਼ੀਆਬਾਦ 'ਚ ਵੀ ਇੱਕ ਗੁਰਦੁਆਰਾ ਸਾਹਿਬ ਨੇ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਦਰਵਾਜ਼ੇ 'ਚ ਹੀ ਆਕਸੀਜਨ ਦਾ ਪ੍ਰਬੰਧ ਕਰਤਾ। ਲੋਕਾਂ ਨੂੰ, ਕਾਰਾਂ 'ਚ ਬੈਠਿਆਂ ਨੂੰ, ਕੁਰਸੀਆਂ ਤੇ ਬੈਠਿਆਂ ਨੂੰ ਆਕਸੀਜਨ ਲਾਤੀ ਸੀ। ਡਾਕਟਰਾਂ ਦੀਆਂ ਟੀਮਾਂ ਆ ਗਈਆਂ। ਸੋ ਬਹੁਤ ਸਤਿਕਾਰ ਬਣਦਾ ਹੈ। ਔਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਉਪਰਾਲਾ ਕੀਤਾ ਗਿਆ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਇਹ ਜਿਹੜਾ ਹੈਗਾ ਇਹ ਸੈਂਟਰ ਬਣਾਇਆ ਗਿਆ, ਜਿਹਦੇ 'ਚ 250 ਜਿਹੜੇ ਲੋਕ ਨੇ ਉਹਨਾਂ ਨੂੰ ਇਲਾਜ ਦਿੱਤਾ ਜਾਊਗਾ। ਕੋਵਿਡ ਇਹਦਾ ਨਾਮ ਰੱਖਿਆ ਗਿਆ, ਕੋਵਿਡ ਫੈਸਿਲਿਟੀ ਸੈਂਟਰ, ਇਸ ਤਰੀਕੇ ਦਾ ਜਿਹੜਾ ਹੈਗਾ ਇਹਦਾ ਨਾਮ ਰੱਖਿਆ ਗਿਆ। ਔਰ ਮੈਂ ਤੁਹਾਨੂੰ ਦੱਸ ਵੀ ਦੇਵਾਂ ਇਹਦਾ ਪੂਰਾ ਨਾਮ ਕੀ ਹੈ, ਇੱਕ ਵਾਰੀ ਪੜ੍ਹ ਕੇ। ਕੋਵਿਡ ਫੈਸਿਲਿਟੀ ਸੈਂਟਰ ਦਾ ਨਾਮ ਰੱਖਿਆ ਗਿਆ। ਔਰ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸੋ ਅੱਜ ਹੀ ਇਹਦੀ ਜਿਹੜੀ ਸ਼ੁਰੂਆਤ ਹੈ ਇਹ ਹੋ ਜਾਣੀ ਹੈ। ਬਿਲਕੁਲ। ਸੋ ਅਜਿਹੇ ਜਿਹੜੇ ਕੰਮ ਜ਼ਰੂਰੀ ਹੋਣੇ ਚਾਹੀਦੇ ਨੇ। ਉੱਧਰ ਹਾਲਾਂਕਿ ਬੀਬੀ ਜਗੀਰ ਕੌਰ ਹੋਣਾ ਨੇ ਵੀ ਐਲਾਨ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆਕਸੀਜਨ ਦੇ ਪ੍ਰਬੰਧ ਆਪਣੇ ਪੱਧਰ ਦੇ ਉੱਤੇ ਸ਼੍ਰੋਮਣੀ ਕਮੇਟੀ ਵੀ ਕਰੇਗੀ। ਸੋ ਮੈਂ ਅੱਗੇ ਵੀ ਕਿਹਾ ਸੀ, ਪੰਜਾਬ 'ਚ ਵੱਡੇ ਵੱਡੇ ਲੀਡਰਾਂ ਨੂੰ ਅੱਗੇ ਆਉਣਾ ਚਾਹੀਦਾ। ਸਾਡੇ ਬਹੁਤ ਸਾਰੇ ਲੀਡਰ ਨੇ, ਉਹਨਾਂ ਦੇ ਫੈਕਟਰੀਆਂ ਨੇ, ਮੈਰਿਜ ਪੈਲੇਸ ਨੇ, ਗੋਦਾਮ ਨੇ, ਵੱਡੇ ਵੱਡੇ ਹਾਲ ਨੇ, ਕਈਆਂ ਦੇ ਹੋਟਲ ਨੇ। ਖੋਲ੍ਹ ਦਿਓ ਦਰਵਾਜ਼ੇ ਸਾਰੀਆਂ ਥਾਵਾਂ ਦੇ, ਲਾ ਦਿਓ ਉੱਥੇ ਬੈੱਡ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਵੱਡੇ ਵੱਡੇ ਹਸਪਤਾਲ ਜਿਹੜੇ ਨੇ ਬਣਾਉਣੇ ਚਾਹੀਦੇ ਨੇ ਇਹੋ ਜਿਹੇ ਸਮੇਂ 'ਚ। ਵੱਡੇ ਵੱਡੇ ਸਾਡੇ ਬਹੁਤ ਸਾਰੇ ਹੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਥਾਵਾਂ ਨੇ ਖੁੱਲੀਆਂ, ਜਿੱਥੇ ਟੈਂਟ ਲਾ ਕੇ, ਜਿਵੇਂ ਟੈਂਟ ਸਿਟੀ ਬਣਾਈ ਸੀ ਨਾ ਆਪਾਂ, ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਰਿਹਾ ਸੀ। ਸੋ ਉੱਦਾਂ ਦਾ ਪ੍ਰਬੰਧ ਪੰਜਾਬ 'ਚ ਵੀ ਕਰ ਦੇਣਾ ਚਾਹੀਦਾ ਹੈ ਭਵਿੱਖ ਲਈ। ਬਿਲਕੁਲ। ਸੋ ਗੱਲਬਾਤ ਜਿਹੜੀ ਇਸ ਦੇ ਉੱਤੇ ਬੀਬੀ ਜਗੀਰ ਕੌਰ ਦੇ ਕੀ ਕੁਝ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ, ਤੇ ਉੱਧਰ ਅਰਵਿੰਦ ਕੇਜਰੀਵਾਲ ਨੇ ਜਿਹੜੇ ਫੈਸਲੇ ਕੀਤੇ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ, ਤੇ ਫਿਰ ਤੁਹਾਡੇ ਤੋਂ ਇਜਾਜ਼ਤ ਲੈ। ਕੋਵਿਡ-19 ਦਾ ਬਹੁਤ ਜ਼ੋਰ ਪੈ ਗਿਆ। ਅਸੀਂ ਕਿਉਂਕਿ ਵਾਹਿਗੁਰੂ ਦੀ ਕਿਰਪਾ ਨਾਲ ਸਾਡਾ ਗੁਰੂ ਰਾਮਦਾਸ ਹਸਪਤਾਲ ਬਾਬਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਲੇ ਪੂਰਾ ਸੀ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਅਸੀਂ ਸਮਰਪਿਤ ਕਰ ਦਿੱਤਾ ਹੈ ਇਸ ਨੂੰ, ਕੋਵਿਡ-19 ਨੂੰ। ਉਹਦੇ ਵਿੱਚ ਤਕਰੀਬਨ 100 ਬੈੱਡ ਸਾਡੇ ਤਿਆਰ ਹੈ ਤੇ ਇਸ ਵੇਲੇ ਤਕਰੀਬਨ ਕੋਈ 37 ਕੁ ਜਿਹੜੇ ਸਾਡੇ ਵੈਂਟੀਲੇਟਰ ਹੈ ਉਹ ਉੱਥੇ ਕੰਮ ਕਰ ਰਹੇ। ਸਾਰੀ ਅਸੀਂ ਗੈਸ ਦਾ ਪ੍ਰਬੰਧ ਦੂਜਾ ਵੀ ਇਸ ਦੋਹਾਂ ਹਸਪਤਾਲਾਂ ਨੂੰ ਪੂਰੇ ਤੌਰ ਦੇ ਉੱਤੇ ਅਸੀਂ ਪੈਰਾਂ ਤੇ ਖੜਾ ਕਰਨ ਲਈ ਸਾਨੂੰ ਹੋਰ ਕੋਈ ਬੋਝ ਨਾ ਹੋਵੇ, ਸਾਨੂੰ ਕੋਈ ਚਿੰਤਾ ਨਾ ਹੋਵੇ। 2 ਅਸੀਂ ਜਨਰੇਟਰ ਲੈ ਰਹੇ ਹਾਂ। ਇੱਕ ਜਨਰੇਟਰ ਜਿਹੜਾ 1 ਕਰੋੜ ਰੁਪਏ ਦਾ, 1 ਕਰੋੜ ਦਾ ਤਕਰੀਬਨ 93 ਲੱਖ ਰੁਪਏ ਦਾ। ਔਰ ਮੇਰਾ ਖਿਆਲ ਉਹੀ ਜਨਰੇਟਰ ਜਿਹੜਾ ਹੈ ਉਹ ਸਰਕਾਰ ਨੂੰ ਕੰਪਨੀਆਂ ਜਿਹੜੀਆਂ 1 ਕਰੋੜ 70 ਲੱਖ ਰੁਪਏ ਦੇ ਰਹੇ। ਔਰ ਅਸੀਂ ਉਹੀ ਸੇਮ ਕਪੈਸਿਟੀ 1000 ਲੀਟਰ ਦਾ ਮੇਰੇ ਖਿਆਲ ਉਹਦਾ ਕਪੈਸਿਟੀ ਹੈ, ਉਹੀ ਅਸੀਂ ਕਪੈਸਿਟੀ ਦਾ 93 ਲੱਖ ਵਿੱਚ ਅਸੀਂ ਲੈ ਰਹੇ ਉਹ ਬਾਬਾ ਦੀਪ ਸਿੰਘ ਸ਼ਹੀਦ ਹਸਪਤਾਲ ਵਾਸਤੇ। ਦੂਜਾ ਅਸੀਂ ਕਿਉਂਕਿ ਪਲਾਂਟ ਜਿਹੜਾ ਸਾਡਾ ਚਾਲੂ 1 ਹਫ਼ਤੇ ਦੇ ਵਿੱਚ ਸਾਡਾ ਪਲਾਂਟ ਅਸੀਂ ਚਲਾ ਰਹੇ ਹਾਂ, ਲਿਕੁਇਡ ਪਲਾਂਟ ਜਿਹੜਾ ਸਾਡਾ ਬੱਲਾ ਹਸਪਤਾਲ ਹੈ ਉਹ ਜਿਹੜਾ ਸਾਡਾ। कोरोना से निपटने के लिए दिल्ली में हम लोगों ने लॉकडाउन लगाया है। लॉकडाउन लगाना ज़रूरी था ताकि
कोरोना के केसेस में कमी आ सके, चेन टूट सके। लेकिन हम सब लोग जानते हैं कि लॉकडाउन खासकर गरीब लोगों के लिए बहुत बड़ा आर्थिक संकट पैदा कर देता है, खासकर उन लोगों के लिए जो दिहाड़ी करके रोज़ कमाते हैं, रोज़ खाते हैं। ऐसे लोगों के लिए तो अपना घर चलाना मुश्किल हो जाता है। पिछले हफ्ते हम लोगों ने खासकर मज़दूरों के लिए ऐलान किया था कि हर मज़दूर के अकाउंट में 5-5 हज़ार रुपये हम लोगों ने डालने का ऐलान किया था। उनके अकाउंट में 5-5 हज़ार रुपये जा भी चुके हैं। जो लोग बीमार होते हैं, जिनकी RT-PCR की रिपोर्ट पॉजिटिव आ रही है, उनको भी अलग से मदद करने की हम लोगों ने ऐलान किया था उन मज़दूरों के लिए। आज हम 2 निर्णय हम लोगों ने लिए हैं। एक तो ये कि जितने दिल्ली में राशन कार्ड धारक हैं, लगभग 72 लाख राशन कार्ड धारक हैं, इन 72 लाख लोगों को अगले 2 महीने के लिए मुफ्त में राशन दिया जाएगा। इसका मतलब आप ये मत निकालिएगा कि लॉकडाउन 2 महीने चलेगा। भगवान ना करे ज़्यादा दिन चलाना पड़े, भगवान करे कि जल्दी केसेस कम होना चालू हों और जल्दी लॉकडाउन ख़त्म हो। लेकिन जो आर्थिक तंगी से गरीब आदमी जूझ रहा है, उसको मदद करने के लिए अगले 2 महीने के लिए सरकार ने निर्णय लिया है कि अगले 2 महीने के लिए सबको राशन मुफ्त दिया जाएगा दिल्ली सरकार की तरफ से। और दूसरा निर्णय ये है कि जितने दिल्ली में ऑटो चालक हैं, टैक्सी चालक हैं, ये बेचारे रोज़ ऑटो चलाते थे, टैक्सी चलाया करते थे, शाम को थोड़े पैसे घर ले जाते थे और उसी से इनका घर चला करता था। इन लोगों के घर में कोई बहुत ज़्यादा सेविंग्स भी नहीं होती, गरीब लोग होते हैं। पिछले कुछ हफ्तों से दिल्ली के अंदर लॉकडाउन है, जिसकी वजह से इन लोगों की रोज़ी रोटी बिल्कुल ख़त्म हो गई है, बिल्कुल बंद हो गई है। तो जैसे पिछली साल हम लोगों ने किया था, पिछली साल भी जब लॉकडाउन लगा था तो दिल्ली के सभी ऑटो चालकों को और टैक्सी चालकों को दिल्ली सरकार ने 5-5 हज़ार रुपये से दे के मदद की थी। आज भी हम ये निर्णय लिया है कि हम दिल्ली सरकार सभी ऑटो चालकों और टैक्सी चालकों को 5-5 हज़ार रुपये देकर मदद करेगी, ताकि उन लोगों को इस आर्थिक तंगी के दौर में थोड़ी सी मदद मिल सके। ਸੋ ਬਹੁਤ ਬਹੁਤ ਧੰਨਵਾਦ ਜੀ। ਇਹ ਖਾਸ ਅਪਡੇਟ ਸੀ ਜੋ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀਗੀਆਂ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮਿਲਾਂਗੇ, ਵੱਡੇ ਅਪਡੇਟ ਹੋਣਗੇ ਤੇ ਉਹਨਾਂ ਦਾ ਐਨਾਲਾਈਸਿਸ ਜਿਹੜਾ ਕਰਾਂਗੇ। ਫਿਲਹਾਲ ਦੇ ਲਈ ਇਜਾਜ਼ਤ, ਬਹੁਤ ਬਹੁਤ ਧੰਨਵਾਦ। ਬਿਲਕੁਲ, ਜਿਹੜਾ ਸਾਡਾ ਸ਼ਾਮ ਦਾ ਪ੍ਰੋਗਰਾਮ ਹੈ ਉਹਦੇ 'ਚ ਸਾਡੇ ਨਾਲ ਇੱਕ ਪੱਤਰਕਾਰ ਸਾਥੀ ਜੁੜੇ ਨੇ, ਸੁਖਬੀਰ ਕੌਰ ਜੀ, ਜਿਹੜੇ ਕਿ ਬਹੁਤ ਲੰਮਾ ਤਜਰਬਾ ਉਹਨਾਂ ਨੂੰ ਵੀ ਪੱਤਰਕਾਰਤਾ ਦਾ, ਔਰ MSc ਜਰਨਲਿਜ਼ਮ ਉਹਨਾਂ ਨੇ ਵੀ ਕੀਤੀ ਹੋਈ ਹੈ। ਸੋ ਸਾਡੀ ਟੀਮ 'ਚ ਗਗਨਦੀਪ ਸਿੰਘ ਨੇ, ਇਹਨਾਂ ਨੇ ਵੀ ਜਰਨਲਿਜ਼ਮ ਦੀ ਪੜ੍ਹਾਈ ਕੀਤੀ, ਮੈਂ ਵੀ ਜਰਨਲਿਜ਼ਮ ਦੀ ਪੜ੍ਹਾਈ ਕੀਤੀ। ਸੋ ਸੁਖਬੀਰ ਕੌਰ ਰਾਵੀ, ਉਹਨਾਂ ਦਾ ਛੋਟਾ ਨਾਮ ਰਾਵੀ ਹੈ, ਸੁਖਬੀਰ ਕੌਰ ਰਾਵੀ ਵੀ ਸਾਡੀ ਟੀਮ ਦਾ ਹਿੱਸਾ ਬਣ ਚੁੱਕੇ ਨੇ, ਕਈ ਦਿਨਾਂ ਤੋਂ ਤੁਸੀਂ ਦੇਖਦੇ ਹੋਵੋਗੇ। ਸੋ ਉਹਨਾਂ ਨਾਲ ਜਿਹੜਾ ਮੇਰਾ ਪ੍ਰੋਗਰਾਮ ਹੈ ਉਹ ਹਰ ਰੋਜ਼ ਸ਼ਾਮ ਨੂੰ 6 ਵਜੇ ਹੈ ਜਿਹੜਾ ਉਹ ਪ੍ਰਸਾਰਿਤ ਹੋਇਆ ਕਰੇਗਾ। ਸੋ ਜ਼ਰੂਰ ਜਿਹੜੇ ਪੰਜਾਬ ਦੇ ਹਿਤੈਸ਼ੀ ਨੇ, ਸਾਡੇ ਦੁਨੀਆ ਭਰ ਦੇ ਪੰਜਾਬੀ, ਉਹ ਲਗਾਤਾਰ ਆਪਣੀਆਂ ਸੁਝਾਅ ਦਿੰਦੇ ਨੇ ਸਾਨੂੰ। ਸੋ ਸ਼ਾਮ ਦੇ ਪ੍ਰੋਗਰਾਮ ਵੀ ਤੁਹਾਡੇ ਸੁਝਾਵਾਂ ਦਾ ਸਾਨੂੰ ਇੰਤਜ਼ਾਰ ਰਹੇਗਾ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ